नाओ। तिसकै संग सिख उधरै, नानक हर गुण गाओ। होवै सिफतक समधि, नूर अरसों कुरसों चटिया। तुद डिठे सच्चे पातशाह, मल जन्म जन्म दी कटिया। सजन सच्चा पातशाहो, सिर साहां साहो। जिस पास बैठया सोई है, सबना दा वेसा। जिस पास बैठया सोई है, सबना दा वेसा। सतनाम श्री वाहिगुरु साहिब जीओ। सोरठ महला पंजवा। गुरपुरा कीती पूरी, प्रभ रावरिया भरपूरी। खेम कुशल पया इशनाना, पार ब्रह्म विटो कुर्बाना। गुर के चरण कवल रिद तारे, बिगड़ ना लागे तिल का कोई। कारज सगल सवारे, गुरपुरे कीती पूरी। प्रभ रावरिया भरपूरी। वाहिगुरु जी का खालसा, वाहिगुरु जी की फतेह। पतित पावन सतगुरु गरीब नवाज गुरु ग्रंथ साहिब जियां दी पावन पवित्र हजूरी अंदर सभायमान हो रही गुरु की संगत। सतगुरां ने रहमत करके सतसंगत दियां सुभागियां घड़ियां महाराज जी ने बख्शिश कीतियां ने। आप संगतां गुरु दरबार अंदर बैठ के सतगुरां दी इलाही अगमी बाणी दे कीर्तन दी दात सरवण करके मिलिया होया समा ते सुआस सफले बनाए। इस वेले लड़ीवार गुरबाणी दी जो कथा सतगुरु जी सानू बख्शिश करते ने, आओ कुछ समय वास्ते मन दे ध्यान नू टका के सरवण करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। सोरठ महला पंजवा। पंचम पातशाह गुरु अर्जन देव जियां दा ये शब्द आपां 624 अंग दे उपर महाराज जी ने लिखिया है। सोठ राग दा ये शब्द गुरु अर्जन देव पातशाह महाराज जी बख्शिश करते हैं। गुरपुरा कीती पूरी। सतगुरु पातशाह जी फरमाउंदे पूरियां गुरां दी कमाई भी पूरी है, क्योंकि पूरा गुरु बनने वास्ते कमाई करनी पैंदी है। कमाई तो बिना पूरा गुरु नहीं बनया जाता। पूरा गुरु होना है तो उहदे वास्ते कमाई करनी पवेगी। जिवें गुरु अंगद देव महाराज जियां ने धन गुरु नानक देव पातशाह जियां दी सेवा करके ये पूरी कमाई कीती है। पूरी कमाई करके गुरु नानक देव पातशाह नूं खुश करके उन्हां दे कोलों फिर दात लैके आप पूरे गुरु बने। जिवें धन गुरु अमरदास महाराज जियां ने आप गुरु अंगद साहब पातशाह की सेवा करके जल्दी गागर ढोंदिया होया ये कमाई की है। ये कमाई करके नाम जपदिया होया गुरु अंगद साहब पातशाह दीयां खुशियां प्राप्त कीतियां अते कमाई करके गुरु पदवी नूं प्राप्त करके गुरसिखां दे उपर बेअंत बख्शिशां महाराज ने कीतियां। इसे तरह साहिब गुरु रामदास पातशाह महाराज जियां ने भाई जेठा जी के रूप दे विच
ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕੇ ਬੇਅੰਤ ਸੇਵਾਵਾਂ, ਹਰਿਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ, ਗੋਇੰਦਵਾਲ ਦੀ ਬੌਲੀ ਦੀ ਸੇਵਾ ਅਤੇ ਹੁਕਮ ਮੰਨਣ ਰੂਪੀ ਸੇਵਾ ਕਰਕੇ ਇਹ ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰੂ ਅਮਰਦਾਸ ਪਾਤਸ਼ਾਹ ਤੋਂ ਖੁਸ਼ੀ ਲੈ ਕੇ ਪੂਰੇ ਗੁਰੂ ਦੀ ਪ੍ਰਾਪਤੀ ਕਰਕੇ ਆਪ ਵੀ ਪੂਰੇ ਗੁਰੂ ਬਣ ਗਏ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਜਿਹੜਾ ਸਤਿਗੁਰਾਂ ਦਾ ਹੁਕਮ ਮੰਨਣਾ ਹੈ, ਇਹ ਹੈ ਕਮਾਈ ਕਰਨੀ। ਹੁਕਮ ਮੰਨਿਆ ਆਪਣੇ ਪਿਤਾ ਸਤਿਗੁਰੂ ਜੀਆਂ ਦਾ ਅਤੇ ਗੁਰੂ ਦੀ ਪ੍ਰਸੰਨਤਾ ਲੈ ਕੇ ਆਪ ਗੁਰੂ ਪਦਵੀ ਨੂੰ ਪ੍ਰਾਪਤ ਹੋਏ। ਗੁਰੂ ਅਰਜਨ ਦੇਵ ਪਾਤਸ਼ਾਹ ਇੱਥੇ ਫਰਮਾ ਰਹੇ ਨੇ, ਕਹਿਣ ਲੱਗੇ ਗੁਰ ਪੂਰੈ ਕੀਤੀ ਪੂਰੀ। ਪੂਰਿਆਂ ਗੁਰਾਂ ਨੇ ਭਾਈ ਪੂਰੀ ਕਮਾਈ ਕੀਤੀ ਹੈ। ਅਧੂਰੇ ਦੁਨੀਆ ਦੇ ਜਿਹੜੇ ਗੁਰੂ ਨੇ ਉਹਨਾਂ ਦੀ ਕਮਾਈ ਵੀ ਅਧੂਰੀ ਹੈ। ਕਮਾਈ ਅਧੂਰੀ ਹੋਣ ਕਰਕੇ ਉਹ ਪੂਰਨ ਪਦਵੀ ਨੂੰ ਪ੍ਰਾਪਤ ਨਹੀਂ ਕਰ ਸਕੇ। ਪੂਰਨ ਪਦਵੀ ਨੂੰ ਪ੍ਰਾਪਤ ਉਹਨਾਂ ਨੇ ਕੀਤਾ ਜਿਨ੍ਹਾਂ ਦੀ ਕਮਾਈ ਵੀ ਪੂਰੀ ਹੈ। ਪਾਤਸ਼ਾਹ ਕਹਿਣ ਲੱਗੇ ਗੁਰ ਪੂਰੈ, ਪੂਰੇ ਗੁਰੂ ਨੇ ਕੀਤੀ ਪੂਰੀ ਕਮਾਈ ਵੀ ਭਾਈ ਪੂਰੀ ਕੀਤੀ ਹੈ। ਪੂਰਨ ਕਮਾਈ ਨੂੰ ਕਰਨ ਵਾਲੇ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਹਨ। ਪ੍ਰਭ ਰਵ ਰਿਆ ਭਰਪੂਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਜਿਹੜਾ ਸਾਰਿਆਂ ਥਾਵਾਂ ਤੇ ਭਰਪੂਰ ਹੋ ਰਿਹਾ ਪਰਮਾਤਮਾ, ਸਾਰਿਆਂ ਥਾਵਾਂ ਤੇ ਸਮਾਇਆ ਹੋਇਆ ਹੈ, ਉਸ ਪਰਮਾਤਮਾ ਦਾ ਰੂਪ ਸਤਿਗੁਰੂ ਪਾਤਸ਼ਾਹ ਜੀ ਬਣੇ ਹੋਏ ਅਤੇ ਸਾਰਿਆਂ ਥਾਵਾਂ ਤੇ ਮਹਾਰਾਜ ਜੀ ਸਮਾਏ ਹੋਏ। ਪ੍ਰਭ ਰਵ ਰਹਿਆ ਭਰਪੂਰੀ, ਜਿਹੜਾ ਸਾਰਿਆਂ ਥਾਵਾਂ ਤੇ ਭਰਪੂਰ ਪਰਮਾਤਮਾ ਲਪਾ ਲਪ ਰਮਿਆ ਹੋਇਆ ਸਮਾਇਆ ਹੋਇਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪ੍ਰਭ ਰਵ ਰਹਿਆ, ਉਸ ਪਰਮਾਤਮਾ ਦਾ ਰੂਪ ਗੁਰੂ ਪਾਤਸ਼ਾਹ ਜਿਹੜੇ ਨੇ ਉਹ ਸਾਰਿਆਂ ਥਾਵਾਂ ਤੇ ਭਾਈ ਅੰਗ ਸੰਗ ਹੋ ਕੇ ਸਹਾਇਤਾ ਕਰਨ ਵਾਲੇ ਨੇ। ਜਿਵੇਂ ਆਪਾਂ ਇਤਿਹਾਸ ਵਿੱਚ ਬਚਨ ਪੜ੍ਹਦੇ ਹਾਂ, ਤੁਲਸਾ ਦਾਸੀ ਨੇ ਆਖਿਆ ਸੀ ਮਾਤਾ ਤ੍ਰਿਪਤਾ ਜੀਆਂ ਨੂੰ ਕਿ ਮਹਾਰਾਜ ਗੁਰੂ ਨਾਨਕ ਦੇਵ ਤੇ ਇਸ ਵੇਲੇ ਸਿੱਖ ਦਾ ਬੇੜਾ ਬੰਨੇ ਲਾਉਣ ਗਏ ਹੋਏ। ਜਿਵੇਂ ਇਤਿਹਾਸ ਵਿੱਚ ਬਚਨ ਆ ਜਾਂਦਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਮੱਖਣ ਸ਼ਾਹ ਦਾ ਬੇੜਾ ਬੰਨੇ ਲਾਉਂਦੇ ਪਏ, ਇਸ ਤਰ੍ਹਾਂ ਭਾਈ ਗੁਰੂ ਵੀ ਸਾਰਿਆਂ ਥਾਵਾਂ ਤੇ ਪਰਿਪੂਰਨ ਹੀ ਹੈ। ਮਹਾਰਾਜ ਜਿੱਥੇ ਜਿੱਥੇ ਸਿੱਖ ਅਰਾਧੇ, ਜਹ ਜਹ ਸੰਤ ਅਰਾਧ ਹੈ, ਜਿੱਥੇ ਕੋਈ ਸਾਧੂ ਸੰਤ ਮਹਾਤਮਾ ਗੁਰਮੁਖ ਨਾਮ ਰਸੀਆ ਕੋਈ ਸਿੱਖ ਮਹਾਰਾਜ ਨੂੰ ਯਾਦ ਕਰਦਾ ਹੈ, ਸਤਿਗੁਰੂ ਉੱਥੇ ਪ੍ਰਗਟ ਹੋ ਕੇ ਆਪਣੇ ਸਿੱਖਾਂ ਦੀ ਸਹਾਇਤਾ ਕਰਦੇ। ਐਸੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ, ਐਸੇ ਗੁਰੂ ਪਾਤਸ਼ਾਹ ਜਿਹੜੇ ਨੇ ਉਹਨਾਂ ਦੀ ਦਾਤ ਪ੍ਰਾਪਤ ਹੁੰਦੀ ਹੈ, ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਪ੍ਰਭ ਰਵ ਰਿਆ ਭਰਪੂਰੀ। ਸਤਿਗੁਰੂ ਬਖਸ਼ਿਸ਼ ਕਰਦੇ ਗੁਰ ਪੂਰੈ ਕੀਤੀ ਪੂਰੀ। ਸੋ ਪੂਰਿਆਂ ਗੁਰਾਂ ਦਾ ਉਪਦੇਸ਼ ਲੈ ਕੇ ਜਿਨ੍ਹਾਂ ਸਿੱਖਾਂ ਨੇ ਕਮਾਈ ਪੂਰੀ ਕੀਤੀ ਹੈ। ਹੁਣ ਗੁਰੂ ਨੇ ਤੇ ਉਪਦੇਸ਼ ਦੇ ਦਿੱਤਾ, ਪਰ ਜੇ ਉਸ ਉਪਦੇਸ਼ ਦੀ ਕਮਾਈ ਨਾ ਕੀਤੀ ਜਾਵੇ ਤੇ ਪ੍ਰਾਪਤੀ ਕਿਵੇਂ ਹੋਵੇਗੀ। ਮਹਾਰਾਜ ਕਹਿਣ ਲੱਗੇ ਕਬੀਰ ਸਾਚਾ ਸਤਿਗੁਰ ਕਿਆ ਕਰੈ, ਜਾਂ ਸਿੱਖਾਂ ਮਹਿ ਚੂਕ ਅੰਧ ਹੈ ਏਕ ਨਾ ਲਾਗੀ, ਜੋ ਬਾਂਸ ਵਜਾਈ ਹੈ ਫੂਕ। ਹੁਣ ਬਾਂਸਰੀ ਦੇ ਵਿੱਚ ਕੋਈ ਫੂਕ ਮਾਰੇ, ਇੱਕ ਪਾਸਿਓਂ ਫੂਕ ਮਾਰੀ ਹੈ ਦੂਜੇ ਪਾਸੇ ਨੂੰ ਨਿਕਲ ਗਈ ਹੈ, ਉਹ ਫੂਕ ਬਾਂਸਰੀ ਦੇ ਅੰਦਰ ਖਲੋਤੀ ਨਹੀਂ ਹੈ, ਖੜੀ ਨਹੀਂ ਰਹੀ, ਝਾਟੀ ਬਾਹਰ ਨਿਕਲ ਗਈ ਹੈ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਦਾ ਉਪਦੇਸ਼ ਇੱਕ ਕੰਨ ਦੇ ਨਾਲ ਸੁਣ ਲਿਆ, ਦੂਜੇ ਕੰਨ ਦੇ ਨਾਲ ਝਾਟੀ ਬਾਹਰ ਕੱਢ ਦਿੱਤਾ, ਆਪਣੇ ਅੰਦਰ ਧਾਰਿਆ ਹੀ ਨਾ, ਫਿਰ ਇਹਦੇ ਵਿੱਚ ਪੂਰਿਆਂ ਗੁਰਾਂ ਦਾ ਕੋਈ ਕਸੂਰ ਨਹੀਂ ਹੈ। ਮਹਾਰਾਜ ਕਹਿਣ ਲੱਗੇ ਕਬੀਰ ਸਾਚਾ ਸਤਿਗੁਰ ਕਿਆ ਕਰੈ, ਗੁਰੂ ਫਿਰ ਉੱਥੇ ਕੀ ਕਰ ਸਕਦਾ ਹੈ। ਜੋ ਸਿੱਖਾ ਮੈਂ ਚੂਕ, ਜੇ ਸਿੱਖ ਦੇ ਵਿੱਚ ਹੀ ਕੁਤਾਹੀ ਆ ਗਈ, ਸਿੱਖ ਵਿੱਚ ਭਰੋਸਾ ਹੀ ਨਾ ਆਇਆ, ਤੇ ਫਿਰ ਉਹ ਭੱਜਣ ਦਾ ਯਤਨ ਕਰੇਗਾ, ਤੇ ਭੱਜਣ ਦਾ ਯਤਨ ਕਰੇਗਾ ਤੇ ਗੁਰੂ ਤੋਂ ਬੇਮੁਖ ਹੋ ਜਾਏਗਾ। ਇਤਿਹਾਸ ਵਿੱਚ ਸਾਖੀ ਆਉਂਦੀ ਹੈ ਕਿ ਦੁਨੀ ਚੰਦ ਨਾਮ ਦਾ ਇੱਕ ਸਿੱਖ ਮਹਾਰਾਜ ਜੀਆਂ ਦਾ ਜਦੋਂ ਹਾਥੀ ਦੇ ਨਾਲ ਲੜਨ ਦੀ ਗੱਲ ਹੋਈ, ਹੁਣ ਉਪਦੇਸ਼ ਤੇ ਪਾਤਸ਼ਾਹ ਜੀਆਂ ਨੇ ਦਿੱਤਾ ਨਾ ਵੀ ਹਾਥੀ ਨਾਲ ਲੜਨਾ, ਪਰ ਸਿੱਖ ਜਿਹੜਾ ਹੈ ਨਾ ਇੱਥੇ ਭਾਵਨਾ ਨਹੀਂ ਰੱਖ ਸਕਿਆ, ਸ਼ਰਧਾ ਨਹੀਂ ਰੱਖ ਸਕਿਆ, ਸਿੱਖ ਨੂੰ ਭਰੋਸਾ ਨਹੀਂ ਆਇਆ, ਭੱਜ ਕੇ ਆਪਣੀ ਜਾਨ ਬਚਾਉਣ ਦਾ ਯਤਨ ਕੀਤਾ, ਭੱਜਿਆ ਤੇ ਜ਼ਰੂਰ ਪਰ ਆਪਣੀ ਜਾਨ ਨਹੀਂ ਬਚਾ ਸਕਿਆ, ਬੇਮੁਖ ਹੋ ਕੇ ਮਰ ਗਿਆ। ਉਹੀ ਉਪਦੇਸ਼ ਮਹਾਰਾਜ ਜੀਆਂ ਨੇ ਬਚਿੱਤਰ ਸਿੰਘ ਨੂੰ ਦਿੱਤਾ, ਉਹਨਾਂ ਨੇ ਮੰਨ ਕੇ ਤੇ ਕਮਾਈ ਕਰ ਲਈ। ਮਹਾਰਾਜ ਕਹਿਣ ਲੱਗੇ ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ। ਉਪਦੇਸ਼ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕੋ ਹੀ ਨੇ, ਉਹਨਾਂ ਦਾ ਹੀ ਬਚਨ ਦੁਨੀ ਚੰਦ ਨੂੰ, ਉਹਨਾਂ ਦਾ ਹੀ ਬਚਨ ਬਚਿੱਤਰ ਸਿੰਘ ਨੂੰ ਹੋਇਆ। ਪਰ ਮਹਾਰਾਜ ਕਹਿਣ ਲੱਗੇ ਜੇ ਸਿੱਖ ਦੇ ਵਿੱਚ ਹੀ ਚੂਕ ਆ ਜਾਵੇ,
ਸਿੱਖ ਦੇ ਵਿੱਚ ਹੀ ਖੋਟ ਆ ਜਾਵੇ, ਸਿੱਖ ਦੇ ਵਿੱਚ ਸ਼ਰਧਾ ਹੀ ਨਾ ਰਵੇ, ਭਰੋਸਾ ਹੀ ਨਾ ਰਵੇ, ਤੇ ਮਹਾਰਾਜ ਕਹਿੰਦੇ ਫਿਰ ਇੱਥੇ ਸਿੱਖ ਗਲਤ ਹੋ ਗਿਆ ਨਾ, ਕਮਾਈ ਨਹੀਂ ਕਰ ਸਕਿਆ। ਅੰਧੇ ਏਕ ਨਾ ਲਾਗਈ ਜੋ ਬਾਂਸ ਵਜਾਈਏ ਫੂਕ, ਬਾਂਸਰੀ ਵਿੱਚ ਬਾਂਸ ਵਿੱਚ ਜਿੰਨੀਆਂ ਮਰਜ਼ੀ ਫੂਕਾਂ ਮਾਰੀ ਜਾਓ, ਤੇ ਤੁਹਾਡਾ ਇਹ ਵਿਚਾਰ ਹੋਵੇਗਾ ਵੀ ਬਾਂਸ ਭਰ ਗਿਆ ਹੋਵੇਗਾ ਫੂਕਾਂ ਦੇ ਨਾਲ। ਨਹੀਂ, ਇੱਕ ਪਾਸਿਓਂ ਫੂਕਾਂ ਲਾਈਆਂ, ਦੂਜੇ ਪਾਸੇ ਨਿਕਲ ਗਈਆਂ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜੇ ਮਨਮੁਖ ਜੀਵ ਨੇ ਨਾ, ਸ਼ਰਧਾ ਨਹੀਂ ਰੱਖਦੇ, ਉਹ ਇੱਕ ਕੰਨ ਦੇ ਨਾਲ ਬਚਨ ਸੁਣਿਆ, ਦੂਜੇ ਕੰਨ ਦੇ ਨਾਲ ਬਚਨ ਕੱਢ ਦਿੱਤਾ, ਇੱਕ ਵੀ ਬਚਨ ਉਹ ਧਾਰਨ ਨਹੀਂ ਕਰ ਸਕੇ। ਮਹਾਰਾਜ ਫਰਮਾਉਂਦੇ, ਕਹਿਣ ਲੱਗੇ ਗੁਰ ਪੂਰੈ, ਭਾਈ ਪਹਿਲਾਂ ਪੂਰੇ ਗੁਰੂ ਦੀ ਪ੍ਰਾਪਤੀ ਕਰ, ਪੂਰਾ ਗੁਰੂ ਲੱਭ। ਗੁਰ ਪੂਰਾ ਜਿਨ ਸਿਮਰਿਆ ਸੇਈ ਭੈ ਨਿਹਾਲ। ਨਿਹਾਲ ਉਹ ਹੈ ਨੇ ਜਿਨ੍ਹਾਂ ਨੇ ਪੂਰੇ ਗੁਰੂ ਦਾ ਦਿੱਤਾ ਹੋਇਆ ਉਪਦੇਸ਼ ਸਿਮਰਿਆ, ਕਮਾਈ ਕੀਤੀ ਹੈ। ਜਿਹੜੇ ਅਧੂਰਿਆਂ ਦੇ ਵੱਸ ਪੈ ਗਏ, ਆਪਣਾ ਜਨਮ ਵੀ ਖਰਾਬ ਕਰ ਲਿਆ, ਆਪਣਾ ਸਮਾਂ ਤੇ ਸਵਾਸ ਦੋਨੇ ਹੀ ਖਤਮ ਕਰ ਲਿਆ, ਖਰਾਬ ਕਰ ਲਿਆ। ਗੁਰ ਪੂਰੈ, ਪੂਰਿਆਂ ਗੁਰਾਂ ਨੇ ਦਿੱਤਾ ਉਪਦੇਸ਼ ਕੀਤੀ ਪੂਰੀ, ਤੇ ਉਹ ਜਿਹੜਾ ਦਿੱਤਾ ਹੋਇਆ ਉਪਦੇਸ਼ ਹੈ ਨਾ ਕਮਾਈ ਵਾਲਾ, ਸਿੱਖ ਨੇ ਉਹ ਬਚਨ ਮੰਨ ਕੇ ਉਸ ਉਪਦੇਸ਼ ਦੀ ਕਮਾਈ ਕੀਤੀ ਹੈ। ਪੂਰਾ ਉਪਦੇਸ਼ ਮੰਨ ਕੇ ਵਿਖਾਇਆ। ਸਤਿਗੁਰੂ ਜੀ ਆਪ ਜੀ ਨੇ ਰਹਿਮਤ ਕੀਤੀ ਹੈ, ਤੇ ਦੇਖੋ ਮੈਂ ਤੁਹਾਡੇ ਹੁਕਮ ਦੇ ਵਿੱਚ ਉਪਦੇਸ਼ ਮੰਨਦਾ ਵੀ ਪਿਆ, ਤੁਹਾਡੇ ਕਹਿਣੇ ਦੇ ਵਿੱਚ ਵੀ ਬੈਠਾ ਹੋਇਆ। ਭਾਈ ਸਾਹਿਬ ਭਾਈ ਮੰਝ ਜੀਆਂ ਦਾ ਇਤਿਹਾਸ ਆਪਾਂ ਪੜ੍ਹਦੇ ਹਾਂ ਨਾ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਸੇਵਾ ਕਰਦਾ। ਇੱਕ ਦਿਨ ਮਹਾਰਾਜ ਨੇ ਪੁੱਛਿਆ, ਭਾਈ ਮੰਝ ਪ੍ਰਸ਼ਾਦਾ ਭੋਜਨ ਕਿੱਥੋਂ ਛਕਦੇ ਪਏ ਹੋ? ਕਹਿਣ ਲੱਗਾ, ਮਹਾਰਾਜ ਲੰਗਰ ਵਿੱਚੋਂ ਛਕਦਾ ਪਿਆ। ਤੇ ਪਾਤਸ਼ਾਹ ਕਹਿਣ ਲੱਗੇ, ਫਿਰ ਤੇ ਮਜ਼ਦੂਰੀ ਨਾਲ ਦੀ ਨਾਲ ਹੀ ਹੋ ਗਈ, ਇੱਕ ਪਾਸੇ ਸੇਵਾ ਕਰਦਾ, ਦੂਜੇ ਪਾਸੇ ਭੋਜਨ ਛਕ ਲੈਂਦਾ, ਜਿੰਨੀ ਸੇਵਾ ਕਰਦਾ ਉਨੀ ਛਕ ਵੀ ਲੈਂਦਾ, ਕਮਾਈ ਇਕੱਠੀ ਤੇ ਨਾ ਕੋਈ ਹੋਈ। ਇਹਨਾਂ ਬਚਨ ਕਹਿ ਕੇ ਮਹਾਰਾਜ ਅੱਗੇ ਨਿਕਲ ਗਏ। ਭਾਈ ਮੰਝ ਜੀਆਂ ਦੇ ਬਚਨ ਮਨ ਨੂੰ ਲੱਗ ਗਿਆ, ਸਤਿਗੁਰੂ ਠੀਕ ਕਹਿੰਦੇ ਨੇ। ਉਸ ਤੋਂ ਮਗਰੋਂ ਸੰਗਤਾਂ ਦੇ ਭਾਂਡੇ ਮਾਂਜਣ ਲੱਗ ਪਿਆ। ਭਾਂਡੇ ਵਿੱਚ ਜਿਹੜੀ ਜੂਠ ਕਿਸੇ ਨੇ ਛੱਡਦੇ ਨਹੀਂ, ਕੋਈ ਚਮਚਾ ਦਾਲ ਦਾ, ਕੋਈ ਰੋਟੀ ਦਾ ਟੁਕੜਾ, ਉਹ ਸਾਰੀਆਂ ਥਾਲੀਆਂ ਵਿੱਚੋਂ ਇਕੱਠਾ ਕਰ ਕਰਕੇ ਇੱਕ ਭਾਂਡੇ ਵਿੱਚ ਪਾ ਲੈਣਾ, ਮੁੜ ਕੇ ਉਹ ਛਕ ਲੈਣਾ। ਇਸ ਤਰ੍ਹਾਂ ਛਕ ਕੇ ਕਮਾਈ ਕਰਕੇ ਗੁਰੂ ਦਾ ਉਪਦੇਸ਼ ਮੰਨ ਕੇ ਵਿਖਾਇਆ ਵੀ ਜੇ ਮਹਾਰਾਜ ਆਪ ਜੀਆਂ ਨੇ ਬਚਨ ਕੀਤੇ ਤੇ ਤੁਹਾਡੇ ਸਿੱਖ ਨੇ ਬਚਨ ਮੰਨੇ ਵੀ ਨੇ, ਕਮਾਈ ਵੀ ਕੀਤੀ ਹੈ। ਤੇ ਜਦੋਂ ਕਮਾਈ ਕੀਤੀ ਬਚਨ ਮੰਨ ਕੇ, ਸਤਿਗੁਰਾਂ ਨੇ ਫਿਰ ਗੱਲ ਦੇ ਨਾਲ ਲਾ ਲਿਆ ਭਾਈ ਮੰਝ ਜੀਆਂ ਨੂੰ। ਆਖਿਆ, ਤੂੰ ਧੰਨ ਹੈ ਗੁਰੂ ਕਿਆ ਸਿੱਖਾ ਜੋ ਐਸੀ ਕਮਾਈ ਕੀਤੀ ਹੈ। ਸਤਿਗੁਰੂ ਕਹਿਣ ਲੱਗੇ, ਗੁਰ ਪੂਰੈ, ਪੂਰਿਆਂ ਗੁਰਾਂ ਨੇ ਦੇ ਦਿੱਤਾ ਉਪਦੇਸ਼, ਪਰ ਸਿੱਖ ਨੇ ਉਪਦੇਸ਼ ਮੰਨ ਕੇ ਕੀਤੀ ਪੂਰੀ, ਪੂਰੀ ਦੀ ਪੂਰੀ ਕਮਾਈ ਕੀਤੀ ਬਚਨ ਦੇ ਉੱਪਰ ਚੱਲਦਿਆਂ ਹੋਇਆਂ। ਭਾਈ ਮੰਝ ਦੇ ਵਾਂਗ ਹੋਰ ਵੀ ਬੇਅੰਤ ਇਹੋ ਜਿਹਾ ਗੁਰਸਿੱਖ ਨੇ ਜਿਨ੍ਹਾਂ ਨੇ ਬਚਨ ਨੂੰ ਮੰਨਣ ਦੀ ਕਮਾਈ ਪੂਰੀ ਕੀਤੀ ਹੈ। ਜਿਵੇਂ ਮਨਸੁਖ ਸ਼ਾਹੂਕਾਰ ਹੋਇਆ, ਜਿਵੇਂ ਭਗੀਰਥ ਨਾਮ ਦਾ ਸਿੱਖ ਮਹਾਰਾਜ ਜੀਆਂ ਦਾ ਹੋਇਆ, ਐਸੇ ਸਿੱਖਾਂ ਦਾ ਜੀਵਨ ਜੇ ਪੜ੍ਹੀਏ ਤੇ ਵਿਚਾਰੀਏ, ਉਹਦੇ ਵਿੱਚੋਂ ਬਚਨ ਆ ਜਾਂਦੇ ਵੀ ਗੁਰੂ ਕਿਆ ਸਿੱਖਾਂ ਨੇ ਕਿਵੇਂ ਬਚਨ ਮੰਨੇ, ਬਚਨ ਮੰਨਣਾ ਕਮਾਈ ਕੀਤੀ ਹੈ। ਕਹਿੰਦੇ ਐਸੇ ਜਿਹੜੇ ਗੁਰਸਿੱਖ ਹਨ, ਰਬ ਰਵ ਰਿਆ ਭਰਪੂਰੀ, ਪਰਮਾਤਮਾ ਸਾਰਿਆਂ ਥਾਵਾਂ ਤੇ ਰਵ ਰਿਹਾ, ਸਮਾ ਰਿਹਾ। ਫਿਰ ਉਹਨਾਂ ਗੁਰਸਿੱਖਾਂ ਨੂੰ ਉਹਦੇ ਦਰਸ਼ਨ ਹੋ ਗਿਆ, ਗੁਰੂ ਨੇ ਐਸੀ ਕਿਰਪਾ ਕਰ ਦਿੱਤੀ, ਪਰਮਾਤਮਾ ਦਾ ਮਿਲਾਪ ਕਰਵਾ ਦਿੱਤਾ, ਆਤਮਾ ਦਾ ਅਭੇਦ ਪਰਮਾਤਮਾ ਦੇ ਨਾਲ ਹੋ ਗਿਆ, ਮਿਲਾਪ ਹੋ ਗਿਆ। ਐਸੀ ਦਾਤ ਗੁਰੂ ਦਾ ਉਪਦੇਸ਼ ਮੰਨ ਕੇ ਗੁਰਮੁਖੋਂ ਪ੍ਰਾਪਤ ਹੁੰਦੀ ਹੈ। ਜਿਹਨੇ ਗੁਰੂ ਦਾ ਬਚਨ ਨਹੀਂ ਮੰਨਣਾ, ਗੁਰਬਾਣੀ ਆਪਾਂ ਹੁਣੇ ਆਸਾ ਦੀ ਵਾਰ ਦਾ ਬਚਨ ਸਰਵਣ ਕਰਦੇ ਹਾਂ। ਮਹਾਰਾਜ ਕਹਿਣ ਲੱਗੇ, ਸਲਾਮ ਜਵਾਬ ਦੋਵੈ ਕਰੇ, ਮੁਢੋ ਕੁਥਾ ਜਾਏ, ਨਾਨਕ ਦੋਵੈ ਕੂੜੀਆਂ ਥਾਏ ਨਾ ਕਾਈ ਪਾਏ। ਇਹ ਬਚਨ ਮਹਾਰਾਜ ਜੀਆਂ ਦਾ। ਸਲਾਮ ਵੀ ਕੀਤੀ ਹੈ, ਸਲਾਮ ਤੋਂ ਭਾਵ ਨਮਸਕਾਰ ਕਰਨੀ, ਮੱਥਾ ਟੇਕਣਾ, ਨੱਕ ਗੋਡਾ ਰਗੜਨਾ, ਇਹ ਸਾਰਾ ਕੁਝ ਕੀਤਾ। ਨਮਸਕਾਰ ਤੇ ਕਰਦਾ, ਸਿਰ ਤੇ ਝੁਕਾਉਂਦਾ ਪਿਆ। ਸਿਰ ਝੁਕਾਉਣ ਤੋਂ ਭਾਵ ਹੁੰਦਾ ਵੀ ਮਹਾਰਾਜ ਮੈਂ ਆਪਣੀ ਮੱਤ ਛੱਡੀ, ਮੈਂ ਤੁਹਾਡੇ ਹੁਕਮ ਕਹਿਣੇ ਵਿੱਚ ਚੱਲਾਂਗਾ, ਮੈਂ ਆਪਣੀ ਮੱਤ ਤੁਹਾਨੂੰ ਅਰਪਣ ਕਰ ਦਿੱਤੀ ਹੈ। ਦਿਮਾਗ ਸਾਡਾ ਸਿਰ ਅਸੀਂ ਗੁਰੂ ਅੱਗੇ ਤਾਂ ਝੁਕਾਈਦਾ, ਮੈਂ ਆਪਣੀ ਮੱਤ ਛੱਡ ਕੇ ਗੁਰੂ ਜੀ ਤੁਹਾਡੀ ਮੱਤ ਦੇ ਅਨੁਸਾਰ ਚੱਲਾਂਗਾ। ਮਹਾਰਾਜ ਕਹਿਣ ਲੱਗੇ, ਸਲਾਮ ਤੇ ਤਾਂ ਕੀਤੀ ਹੈ ਕਿ ਮੈਂ ਆਪਣੀ ਮੱਤ ਵੀ ਤੁਹਾਨੂੰ ਭੇਟ ਕੀਤੀ ਮਹਾਰਾਜ, ਹੁਣ ਤੁਹਾਡੀ ਸਿੱਖਿਆ ਮੁਤਾਬਕ ਚੱਲਾਂ। ਜਦੋਂ ਗੁਰੂ ਨੇ ਦਿੱਤਾ ਹੁਕਮ ਵੀ ਸਿੱਖਾ ਆ ਸੇਵਾ ਕਰ, ਜਵਾਬ ਕਰੇ, ਸਲਾਮ ਜਵਾਬ ਦੋਵੇਂ ਕਰੇ। ਫਿਰ ਅੱਗੋਂ ਜਵਾਬ ਦੇ ਦਿੱਤਾ, ਮਹਾਰਾਜ ਮੈਂ ਤੇ ਇਹ ਕਰ ਹੀ ਨਹੀਂ ਸਕਦਾ, ਅੰਮ੍ਰਿਤ ਵੇਲੇ ਮੇਰੇ ਕੋਲੋਂ ਨਹੀਂ ਜੇ ਉੱਠਿਆ ਜਾਣਾ,
ਮੈਨੂੰ ਤੇ ਨੀਂਦ ਹੀ ਜਾ ਕੇ ਤੜਕੇ ਆਉਂਦੀ ਹੈ, ਮੇਰੇ ਕੋਲੋਂ ਅੰਮ੍ਰਿਤ ਵੇਲੇ ਇਸ਼ਨਾਨ ਨਹੀਂ ਹੋ ਸਕਦਾ, ਮੇਰੇ ਕੋਲੋਂ ਨਿਤਨੇਮ ਨਹੀਂ ਹੋ ਸਕਦਾ, ਮੇਰੇ ਕੋਲੋਂ ਵਾਹਿਗੁਰੂ ਮੰਤਰ ਦਾ ਸਿਮਰਨ ਨਹੀਂ ਹੋ ਸਕਦਾ, ਮੇਰੇ ਕੋਲੋਂ ਮਹਾਰਾਜ ਸਹਿਜ ਪਾਠ ਵੀ ਨਹੀਂ ਜੇ ਹੋਣਾ, ਮਹਾਰਾਜ ਮੇਰੇ ਕੋਲੋਂ ਕਿਸੇ ਦਾ ਭਲਾ ਵੀ ਨਹੀਂ ਕੀਤਾ ਜਾਣਾ, ਪਾਤਸ਼ਾਹ ਜੀ ਮੇਰੇ ਕੋਲੋਂ ਹੱਥੀਂ ਸੇਵਾ ਵੀ ਨਹੀਂ ਕੀਤੀ ਜਾਣੀ। ਜੇ ਕੁਝ ਨਹੀਂ ਕੀਤਾ ਜਾਣਾ ਤੇ ਫਿਰ ਕਰੇਗਾ ਕੀ? ਸਲਾਮ ਜਵਾਬ ਦੋਵੇਂ ਕਰੇ, ਮੱਥਾ ਤੇ ਟੇਕਿਆ ਵੀ ਮੈਂ ਆਪਣੀ ਮੱਤ ਤੁਹਾਨੂੰ ਦੇ ਦਿੱਤੀ, ਹੁਣ ਤੁਹਾਡੇ ਹੁਕਮ ਨੂੰ ਮੰਨ ਕੇ ਚੱਲਾਂਗਾ। ਗੁਰੂ ਨੇ ਹੁਕਮ ਕੀਤਾ, ਸਿੱਖ ਨੇ ਨਾ ਕਰ ਦਿੱਤੀ। ਮਹਾਰਾਜ ਕਹਿਣ ਲੱਗੇ ਸਲਾਮ ਜਵਾਬ ਦੋਵੇਂ ਕਰੇ, ਸਲਾਮ ਵੀ ਕਰਦਾ, ਨਮਸਕਾਰਾਂ ਵੀ ਕਰਦਾ, ਹਾਂਜੀ ਹਾਂਜੀ ਵੀ ਕਰਦਾ, ਪਰ ਜਦੋਂ ਕੋਈ ਅੱਗੋਂ ਉਪਦੇਸ਼ ਮਿਲਦਾ ਫਿਰ ਜਵਾਬ ਦੇ ਦਿੰਦਾ। ਮੁੱਢ ਹੋ ਕੁੱਥਾ ਜਾਏ, ਮਹਾਰਾਜ ਕਹਿੰਦੇ ਮੁੱਢ ਤੋਂ ਹੀ ਭੁੱਲ ਗਿਆ। ਗੁਰੂ ਦਾ ਬਚਨ ਮੰਨਣਾ ਹੀ ਸਾਰਿਆਂ ਤੋਂ ਵੱਡੀ ਸੇਵਾ ਹੈ, ਗੁਰੂ ਦਾ ਬਚਨ ਮੰਨਣਾ ਹੀ ਸਭ ਤੋਂ ਵੱਡੀ ਨਮਸਕਾਰ ਹੈ। ਨਾਨਕ ਦੋਵੇਂ ਕੂੜੀਆ, ਮਹਾਰਾਜ ਕਹਿਣ ਲੱਗੇ ਬਚਨ ਨਹੀਂ ਮੰਨਿਆ ਇਹ ਤੇ ਚਲੋ ਝੂਠਾ ਹੋ ਗਿਆ, ਬਚਨ ਵੀ ਮੰਨਿਆ ਨਹੀਂ, ਸਿੱਖ ਝੂਠਾ ਹੈ, ਪਰ ਜਿਹੜੀ ਪਹਿਲਾਂ ਨਮਸਕਾਰ ਕੀਤੀ ਹੈ ਉਹ ਵੀ ਤੇਰੀ ਝੂਠੀ ਤੇ ਖਾਲੀ ਚਲੇਗੀ, ਬਚਨ ਜੂ ਨਾ ਮੰਨਿਆ। ਮਹਾਰਾਜ ਕਹਿਣ ਲੱਗੇ ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ, ਦੋਨੇ ਬਚਨ ਹੀ ਤੇਰੇ ਥਾਏ ਨਹੀਂ ਪਾਏ, ਦੋਨਾਂ ਬਚਨਾਂ ਤੋਂ ਮਾਰ ਖਾ ਗਿਆ। ਗੁਰੂ ਕਿਹਾ ਸਿੱਖਾ ਇੱਕ ਤੇ ਬਚਨ ਨਹੀਂ ਮੰਨਿਆ, ਦੂਜਾ ਤੇਰਾ ਉਹ ਜਿਹੜਾ ਜੀ ਕੀਤਾ, ਹਾਂਜੀ ਹਾਂਜੀ ਕੀਤਾ, ਉਹ ਵੀ ਬਚਨ ਖਾਲੀ ਚਲਾ ਗਿਆ, ਕਿਉਂਕਿ ਕਮਾਈ ਤੇ ਕੀਤੀ ਨਹੀਂ ਹੈ। ਪਾਤਸ਼ਾਹ ਕਹਿਣ ਲੱਗੇ ਗੁਰ ਪੂਰਾ ਕੀਤੀ ਪੂਰੀ, ਪ੍ਰਭ ਰਵ ਰਹਿਆ ਭਰਪੂਰੀ। ਅਸਲ ਵਿੱਚ ਪ੍ਰਮਾਤਮਾ ਦੇ ਦਿਦਾਰੇ ਉਹਨੂੰ ਪ੍ਰਾਪਤ ਹੁੰਦੇ ਜਿਨ੍ਹਾਂ ਨੇ ਗੁਰੂ ਦਾ ਬਚਨ ਸੁਣ ਕੇ ਤੇ ਬਚਨ ਮੰਨਣਾ ਹੈ। ਐਸੇ ਗੁਰਸਿੱਖ ਜਿਹੜੇ ਨੇ ਜਿਨ੍ਹਾਂ ਨੇ ਬਚਨ ਮੰਨ ਲਿਆ, ਫਿਰ ਉਹਨਾਂ ਨੂੰ ਪ੍ਰਮਾਤਮਾ ਸਾਰੇ ਥਾਵਾਂ ਤੇ ਦਿਖਾਈ ਦਿੰਦਾ, ਨਜ਼ਰ ਆਉਂਦਾ, ਐਸੇ ਦਿਦਾਰੇ ਪ੍ਰਾਪਤ ਹੁੰਦੇ ਹਨ। ਖੇਮ ਕੁਸਲ ਭਇਆ ਇਸ਼ਨਾਨਾ, ਗੁਰਮੁਖਾਂ ਨੂੰ ਖੇਮ ਕਹੀਏ ਰੱਖਿਆ ਵੀ ਉਹਨਾਂ ਦੀ ਹੋਈ ਹੈ। ਜਿਹੜੇ ਗੁਰੂ ਦਾ ਬਚਨ ਮੰਨਦੇ ਨੇ, ਗੁਰੂ ਦੇ ਬਚਨ ਤੇ ਚੱਲਦੇ, ਉਹਨਾਂ ਨੂੰ ਖੇਮ ਕਹੀਏ ਰੱਖਿਆ ਵੀ ਪ੍ਰਾਪਤ ਹੁੰਦੀ ਹੈ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਰ ਹੈ। ਇਹ ਗੁਰਬਾਣੀ ਦੇ ਬਚਨ ਆਪਾਂ ਪੜ੍ਹਦੇ, ਤਾਤੀ ਵਾਓ ਨਾ ਲੱਗਈ ਗੁਰ ਕਾ ਸ਼ਬਦ ਰਖਵਾਰੇ। ਐਸੇ ਮਹਾਨ ਬਚਨ ਮਹਾਰਾਜ ਜੀਆਂ ਦੇ, ਉਹਨਾਂ ਸਿੱਖਾਂ ਦੀ ਫਿਰ ਮਹਾਰਾਜ ਰੱਖਿਆ ਵੀ ਕਰਦੇ ਪਏ। ਕਿੰਨੀਆਂ ਸਾਖੀਆਂ ਨੇ ਇਤਿਹਾਸ ਦੇ ਵਿੱਚ ਜਿਨ੍ਹਾਂ ਤੋਂ ਇਹ ਸਿੱਧ ਹੁੰਦਾ ਵੀ ਵਾਕਿਆ ਹੀ ਉਹਨਾਂ ਸਿੱਖਾਂ ਦੀ ਰੱਖਿਆ ਵੀ ਭਾਈ ਹੁੰਦੀ ਹੈ। ਅਤੇ ਕੁਸਲ ਤੋਂ ਭਾਵ ਹੈ ਸੁਖ, ਕਹਿਣ ਲੱਗੇ ਸੁਖ ਦੇ ਸਮੇਤ ਉਹਨਾਂ ਗੁਰਮੁਖਾਂ ਦਾ ਇਸ਼ਨਾਨ ਹੋਇਆ ਹੈ, ਸਤ ਸੰਗਤ ਵਿੱਚ ਇਸ਼ਨਾਨ ਹੋ ਗਿਆ ਹੈ। ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਵਿੱਤਰ ਸਰੋਵਰ ਵਿੱਚ ਉਹਨਾਂ ਦਾ ਇਸ਼ਨਾਨ ਜਿਹੜਾ ਹੈ ਉਹ ਸੁਖਾਂ ਦੇ ਸਮੇਤ ਹੋਇਆ ਹੈ। ਐਸੀ ਦਾਤ ਉਹਨਾਂ ਨੂੰ ਪ੍ਰਾਪਤ ਹੋਈ। ਖੇਮ ਕੁਸਲ ਭਇਆ ਇਸ਼ਨਾਨਾ, ਖੇਮ ਤੋਂ ਭਾਵ ਗੁਰਮੁਖੋ ਰੱਖਿਆ ਵੀ ਗੁਰੂ ਕਰ ਦਿੰਦਾ ਹੈ ਹੱਥ ਦੇ ਕੇ। ਅਤੇ ਇਸੇ ਤਰ੍ਹਾਂ ਕੁਸਲ ਕਹੀਏ ਸੁਖ, ਸੁਖ ਵੀ ਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ। ਇਹ ਸਤ ਸੰਗਤ ਦੇ ਸਰੋਵਰ ਵਿੱਚ ਜਦੋਂ ਇਸ਼ਨਾਨ ਕਰਦੇ ਹੋ, ਜਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦਾ ਜਦੋਂ ਇਸ਼ਨਾਨ ਕਰਦੇ ਹੋ, ਮਹਾਰਾਜ ਕਹਿਣ ਲੱਗੇ ਉਸ ਵੇਲੇ ਸੁਖ ਹੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਐਸੇ ਆਨੰਦ ਬਣਦੇ ਹਨ। ਪਾਰ ਬ੍ਰਹਮ ਵਿਟੋ ਕੁਰਬਾਨਾ, ਕਿਰਤੀ ਦੇ ਪਾਰਾਵਾਰ ਤੋਂ ਪਰੇ ਬ੍ਰਹਮ ਪ੍ਰਮਾਤਮਾ ਹੈ, ਉਹਦੇ ਤੋਂ ਭਾਈ ਕੁਰਬਾਨ ਜਾਈਏ, ਸਦਕੇ ਜਾਈਏ, ਉਹਦੇ ਤੋਂ ਵਾਰਨੇ ਬਲਹਾਰਨੇ ਜਾਣਾ ਕਰੀਏ। ਜੋ ਪ੍ਰਮਾਤਮਾ ਸਾਰਿਆਂ ਵਿੱਚ ਸਮਾਇਆ ਹੋਇਆ ਔਰ ਸਾਰਿਆਂ ਤੋਂ ਪਰੇ ਵੀ ਹੈ, ਐਸਾ ਜੋ ਸਮਰੱਥ ਹੈ। ਗੁਰ ਕੇ ਚਰਨ ਕਵਲ ਰਿੱਧ ਧਾਰੇ, ਗੁਰਮੁਖਾਂ ਨੇ ਗੁਰੂ ਦੇ ਚਰਨ ਜਿਹੜੇ ਕਮਲ ਵਰਗੇ ਨੇ ਭਾਈ। ਇਹ ਵਿਦਵਾਨਾਂ ਦੀ ਇੱਕ ਉਦਾਹਰਣ ਹੈ ਵੀ ਗੁਰੂ ਦਾ ਚਰਨ ਜਿਹੜਾ ਹੈ ਨਾ ਉਹ ਕਮਲ ਵਰਗਾ ਹੈ, ਕਿਉਂਕਿ ਕਮਲ ਦੇ ਫੁੱਲ ਨੂੰ ਸਭ ਤੋਂ ਸੋਹਣਾ, ਸਭ ਤੋਂ ਕੋਮਲ ਤੇ ਨਾਜ਼ੁਕ ਮੰਨਿਆ ਜਾਂਦਾ ਹੈ। ਕਮਲ ਦਾ ਫੁੱਲ ਸੁਗੰਧੀ ਦੇਣ ਵਾਲਾ ਹੈ, ਇਸ ਕਰਕੇ ਗੁਰੂ ਦੇ ਚਰਨਾਂ ਦੀ ਤੁਲਨਾ ਕਮਲ ਫੁੱਲ ਨਾਲ ਕੀਤੀ ਜਾਂਦੀ ਹੈ। ਪਰ ਸਾਰੇ ਗੁਣ ਕਮਲ ਫੁੱਲ ਦੇ ਗੁਰੂ ਚਰਨਾਂ ਦੇ ਬਰਾਬਰ ਨਹੀਂ ਪਹੁੰਚਦੇ। ਗੁਰੂ ਦੇ ਚਰਨਾਂ ਦੀ ਮਹਿਮਾ ਤੇ ਕਿਸੇ ਨਾਲ ਕੀਤੀ ਨਹੀਂ ਜਾ ਸਕਦੀ ਹੈ, ਕਿਉਂਕਿ ਕਮਲ ਦਾ ਫੁੱਲ ਰਾਤ ਨੂੰ ਮੁਰਝਾ ਜਾਂਦਾ ਹੈ। ਕਮਲ ਦਾ ਫੁੱਲ ਭੌਰੇ ਦੀ ਮੌਤ ਦਾ ਕਾਰਨ ਬਣ ਜਾਂਦਾ ਹੈ। ਕਮਲ ਦਾ ਫੁੱਲ ਚੱਕੜ ਦੇ ਵਿੱਚ ਜਾ ਕੇ ਪੈਦਾ ਹੁੰਦਾ ਹੈ। ਜੇ ਆਪਾਂ ਸਾਰੀਆਂ ਉਦਾਹਰਨਾਂ ਲੈ ਲਈਏ, ਕਮਲ ਦਾ ਫੁੱਲ ਗੁਰੂ ਚਰਨਾਂ ਦੇ ਬਰਾਬਰ ਹੋ ਹੀ ਨਹੀਂ ਸਕਦਾ ਹੈ। ਪਰ ਵਿਦਵਾਨਾਂ ਦੇ ਕੋਲ ਇਹਦੇ ਤੋਂ ਵੱਡੀ ਹੋਰ ਉਦਾਹਰਨ ਹੀ ਕੋਈ ਨਹੀਂ ਹੈ। ਹੋਰ ਕੀ ਕਹਿਣਗੇ, ਸਭ ਤੋਂ ਵੱਡੀ ਉਦਾਹਰਨ ਵਰਤ ਲਈ ਹੈ, ਪਰ ਇਹ ਉਦਾਹਰਨ ਗੁਰੂ ਦੇ ਬਰਾਬਰ ਨਹੀਂ ਹੋ ਸਕਦੀ ਹੈ। ਪਰ ਇਹਦੇ ਤੋਂ ਵੱਡਾ ਕੋਈ ਸਾਡੇ ਕੋਲ ਦੇਣ ਨੂੰ ਦ੍ਰਿਸ਼ਟਾਂਤ ਨਹੀਂ ਹੈ। ਇਸ ਕਰਕੇ ਮਹਾਰਾਜ ਦੇ ਚਰਨਾਂ ਨੂੰ ਇੱਥੇ ਕਮਲ ਲਿਖਿਆ ਹੈ।
कि महाराज दे चरण कमल वर्गे ने, पर असल विच कमल ते की कोई भी वस्तु गुरु के चरणों की बराबरी नहीं कर सकती है। गुर के चरण कमल रिध धारे, जिन्हों ने कमलों वर्गे सुंदर चरण, कमल तो सुंदरता ही ले लेनी है। वैसे तो गुरु के चरणों की सुंदरता ही वर्णन की नहीं जा सकती है। ऐसी बेअंत शोभा के मालक ने भाई साहब भाई नंद लाल जी ने लिखा है, कहन लगे महाराज जी तुहाडे ਜਿਹੜੇ केस ने ना, इन्हां दे एक केस की मैं वर्णन नहीं कर सकता, सिफत नहीं कर सकता, मेरे को अल्फाज नहीं, शब्द नहीं, तुहाडी महिमा करनी तो दूर की गल है। ऐसी वड्डी उपमा दे आप जी मालक हो। सतगुरु कहन लगे भाई जिन्हां गुरमुखां ने कमलां वर्गे सुंदर चरण महाराज जियां दे अपने हिरदे विच धारे ने। हिरदे विच धारण करना की हुंदा है? जिहड़े अपने हिरदे विच हर वेले गुरु नूं याद रखदे, ये चरणां दा हिरदे विच धारना हुंदा है। हर वेले अपने मन विच गुरु नूं चेते रखना, गुरु गुरु गुर कर मन मोर, गुरु बिना मैं नाही होर। ऐसे बचन जिन्हां गुरमुखां ने अपने मन विच धारे हन। बिघन लागा तिल का कोई। गुरु पातशाह कहन लगे तिल जिन्ना विघन उन्हां दे काम विच नहीं पैंदा। तिल एक पदार्थ है छकण वाला, बिल्कुल छोटे आकार का। सतगुरां ने तिल की उदाहरण दी है भी तिल जिन्ना भी तेरे काम विच विघन नहीं पवेगा। तिल का तो फिर भी आकार है, गुरु कृपा करे तो आकार रह ही नहीं जाता किसी विघन का। महाराज मुढ़े ही सब कुछ खत्म कर देंदे। विघन न लागे तिल का कोई, तिल जिन्ना विघन भी तेरे काम विच नहीं पवेगा। सतगुरु सारे विघ्नां नूं नाश कर देंदे। विघ्न विनाशन सब दुख नाशन, सतगुर नाम दिरड़ाया। ऐसा नाम है गुरमुखो जिहड़ा सारे विघ्नां नूं तोड़ के नाश करके परे कर दिंदा है। कारज सगल सवारे, सारे कारज जिहड़े ने वो महाराज जी आप सवार दिंदे। विच करता पुरख खलोआ, वाल ना विंगा होआ। ये गुरु अर्जन देव पातशाह दे बचन। जिन्हां कारजां विच करता अकाल पुरख मेहर करे, उन्हां कारजां विच फिर वाल तक नहीं विंगा हुंदा। सारे दे सारे कारज जिहड़े सिरे चढ़ जांदे, संपूर्ण हो जांदे। ऐसियां बख्शिशां जिहड़ियां ने वो प्राप्त हो जांदियां। जिवें महाराज जियां ने रहमत करके मुगलों का राज अपने शरण आए दारा शिकोह नूं महाराज साहब जियां ने उस वेले बख्शिश किया। ਜਾਂ बहादुर शाह बादशाह महाराज की शरण में आया, आके बेनती की महाराज राज भाग की दात बख्शिश करो। शरण में आया जान के महाराज ने इहदे वैरियां नूं मार के इहदा जिहड़ा कारज सी ना राज भाग लैण दा वो बहादुर शाह नूं दे के महाराज जी ने नवाजिया। पातशाह कहन लगे विघन न लागे तिल का कोई, जिन्हां कारजां विच गुरु सहाई होवे उन्हां कारजां विच विघन नहीं पैंदा। सतगुरु आप फिर अंग संग हो करके सहायता कर दे, जिवें बहादुर शाह नूं राज भाग बख्शिश कर दिता। ऐसियां गुरु दातां दिंदे हन। मेरे साधु दुरमत खोए। पातशाह बख्शिश कर दे। कहन लगे भाई साधुआं दी संगत विच मिल के, संतां दी संगत विच मिल के दुरमत खोए। ये खोटी मत नाश हो जाती, चंगी मत आ जाती है। संगत का गुण बहुत घाई। महाराज ने लिखा है संगत का गुण गुरमुखो बड़ा वड्डा। हुण तुसीं ये विचार करो, आपां आम ही ये गल कहने आ बच्चे विच गुण जिहड़े अवगुण जिहड़े ने माँ बाप तो लै हुंदे, संस्कार माँ बाप दे हुंदे। बच्चे दे विच कुछ इहो जिहियां सो निशानियां हुंदियां शरीर दे विच, जां इहो जिहियां आदतां हुंदियां जिहड़ियां माँ बाप नूं हुंदियां, वो अपने आप ही बच्चे विच दिखाई दिंदियां। पर गुरमुखो संगत बड़ी वड्डी है। संगत का परोपकार बड़ा वड्डा, जीवन बदल दिंदी है, आदतां बदल जांदियां। हुण तुसीं ये वेख लवो, हरणाक्ष दा पुत्र प्रहलाद है, बाप ते दैंत है, माड़ी मत वाला हंकारी पुरुष है, हंकार रखण वाला। पर पुत्र नूं संगत मिल गई साधुआं दी। नारद मुनि जी आश्रम दे विच लै गए जिथे बेअंत साधु बैठ के नाम जपदे बंदगी करदे। उस जगह ते प्रहलाद की परवरिश हुई है। साधुआं की संगत विच रह के अपने बाप वाली हंकारी मत उत्थे सारी धोती गई, खत्म हो गई।
ਜਾਣਿਆ ਮੇਰਾ ਬਾਪੂ ਗਲਤ ਕੰਮ ਕਰਦਾ ਪਿਆ, ਕੁਕਰਮ ਕਰਦਾ ਪਿਆ, ਐਸਾ ਨਹੀਂ ਕਰਨਾ ਚਾਹੀਦਾ, ਇਹ ਕੰਮ ਕਰਕੇ ਪਾਪ ਲੱਗਦਾ ਹੈ। ਕਹਿਣ ਲੱਗੇ ਇਹ ਭਾਈ ਸਾਧੂਆਂ ਦੀ ਸੰਗਤ ਦਾ ਹੀ ਫਲ ਹੈ ਕਿ ਹਰਨਾਖਸ਼ ਦਾ ਪੁੱਤਰ ਪ੍ਰਹਿਲਾਦ ਹੈ, ਪਰ ਆਪਣੇ ਬਾਪ ਦੇ ਨਕਸ਼ੇ ਕਦਮਾਂ ਤੇ ਉਹ ਨਹੀਂ ਚੱਲਿਆ। ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਪਾਪ ਵਾਲੀ ਮੱਤ ਤੇ ਖਤਮ ਹੀ ਹੋ ਗਈ। ਸਮਝ ਪੈ ਗਈ ਬਾਪੂ ਗਲਤ ਕੰਮ ਕਰਦਾ ਪਿਆ, ਅਸਲ ਵਿੱਚ ਰੱਬ ਦੀ ਬੰਦਗੀ ਕਰਨੀ ਇਹ ਸਭ ਤੋਂ ਸਹੀ ਕੰਮ ਹੈ। ਭਗਤ ਜੀ ਆਪ ਬੰਦਗੀ ਦੇ ਵਿੱਚ ਲੱਗ ਗਏ, ਸਿਮਰਨ ਵਿੱਚ ਲੱਗ ਗਏ ਅਤੇ ਆਪਣੇ ਬਾਪ ਦਾ ਭਾਵੇਂ ਵਿਰੋਧ ਕਰਨਾ ਪਿਆ ਪਰ ਨੰਗੇ ਧੜ ਹੋ ਕੇ ਵਿਰੋਧ ਕੀਤਾ। ਇਹ ਨਹੀਂ ਆਖਿਆ ਵੀ ਅੰਦਰ ਅੰਦਰ ਮੈਂ ਵਿਰੋਧ ਕਰਾਂ ਤੇ ਬਾਹਰ ਬਾਪੂ ਨਾਲ ਸਹਿਮਤੀ ਕਰਾਂ, ਨਹੀਂ, ਸਾਰਿਆਂ ਦੇ ਸਾਹਮਣੇ ਆਖਿਆ ਜਿੱਥੇ ਬਾਪੂ ਗਲਤ ਹੈ ਉੱਥੇ ਗਲਤ ਹੈ, ਮੈਂ ਤੇ ਵਿਰੋਧ ਕਰਾਂਗਾ। ਮੈਨੂੰ ਰਾਜ ਭਾਗ ਭਾਵੇਂ ਮਿਲੇ ਤੇ ਭਾਵੇਂ ਨਾ ਮਿਲੇ, ਭਾਵੇਂ ਮੈਨੂੰ ਮੇਰਾ ਬਾਪ ਪਿਤਾ ਕਤਲ ਕਿਉਂ ਨਾ ਕਰ ਦੇਵੇ। ਇਹ ਤੇ ਗੁਰਮੁਖੋ ਬਾਅਦ ਦੀਆਂ ਗੱਲਾਂ ਨਾ ਵੀ ਪ੍ਰਮਾਤਮਾ ਜੀ ਪ੍ਰਗਟ ਹੋਏ ਤੇ ਭਗਤ ਦੀ ਰੱਖਿਆ ਕੀਤੀ ਹੈ, ਪਰ ਜਿੰਨਾ ਚਿਰ ਪ੍ਰਗਟ ਨਹੀਂ ਹੋਏ ਉਹਨਾਂ ਚਿਰ ਕਿਸੇ ਨੂੰ ਪਤਾ ਥੋੜੀ ਹੈ ਵੀ ਰੱਬ ਨੇ ਪ੍ਰਗਟ ਹੋਣਾ ਤੇ ਭਗਤ ਦੀ ਰੱਖਿਆ ਹੋਣੀ ਹੈ। ਪਰ ਭਗਤ ਨੇ ਫਿਰ ਵੀ ਜਾਨ ਦੀ ਪ੍ਰਵਾਹ ਨਹੀਂ ਕੀਤੀ। ਗੁਰਮੁਖੋ ਉੱਚੀ ਪਹਾੜੀ ਤੋਂ ਚੁੱਕ ਕੇ ਥੱਲੇ ਸੁੱਟਿਆ ਜਾਵੇ ਤੇ ਮਨ ਡਰ ਹੀ ਜਾਂਦਾ ਨਾ ਵੀ ਥੱਲੇ ਡਿੱਗਾਂਗਾ ਤੇ ਮਰ ਜਾਵਾਂਗਾ। ਪੈਰਾਂ ਨਾਲ ਪੱਥਰ ਬੰਨ ਕੇ ਪਾਣੀ ਵਿੱਚ ਸੁੱਟ ਦੇਣਾ, ਡੂੰਘੇ ਤਲਾਬ ਦੇ ਵਿੱਚ ਸੁੱਟਣਾ, ਡਰ ਤੇ ਆਉਂਦਾ ਹੀ ਹੈ ਨਾ ਵੀ ਡੁੱਬ ਜਾਵਾਂਗਾ, ਨਿਕਲਾਂਗਾ ਕਿਵੇਂ। ਇਹੋ ਜਿਹਾ ਸਾਰਾ ਕੁਝ ਕੀਤਾ ਗਿਆ ਹਰਨਾਖਸ਼ ਦੇ ਵੱਲੋਂ, ਪਰ ਭਗਤ ਜੀ ਡੋਲੇ ਨਹੀਂ। ਕਹਿਣ ਲੱਗੇ ਸੱਚ ਦੇ ਉੱਪਰ ਚੱਲ ਕੇ ਮਰਨਾ ਮਨਜ਼ੂਰ ਹੈ ਪਰ ਝੂਠ ਦਾ ਸਾਥ ਨਹੀਂ ਦੇਣਾ। ਹੁਣ ਵੇਖੋ ਇੱਕ ਪਾਸੇ ਪਿਤਾ ਹੈ, ਖੂਨ ਦਾ ਰਿਸ਼ਤਾ ਹੈ, ਪਰ ਫਿਰ ਵੀ ਆਖਿਆ ਜਿੱਥੇ ਬਾਪ ਗਲਤ ਹੈ ਮੈਂ ਤੇ ਇਹਦਾ ਵਿਰੋਧ ਕਰਾਂਗਾ, ਦੁਨੀਆ ਜੋ ਮਰਜ਼ੀ ਆਖੇ, ਭਾਵੇਂ ਮੈਨੂੰ ਕਿਹੋ ਜਿਹੀ ਵੀ ਸਜ਼ਾ ਦੇਵੇ ਮਨਜ਼ੂਰ ਹੈ, ਸਜ਼ਾ ਲੈਣੀ ਮਨਜ਼ੂਰ ਹੈ, ਪਰ ਮੈਂ ਗਲਤ ਦੇ ਨਾਲ ਨਹੀਂ ਚੱਲਾਂਗਾ। ਗਲਤ ਦੇ ਨਾਲ ਚੱਲ ਕੇ ਗਲਤ ਨੂੰ ਸਹੀ ਨਹੀਂ ਆਖਾਂਗਾ, ਜੋ ਸਹੀ ਹੈ ਉਸ ਨੂੰ ਸਹੀ ਕਹਾਂਗਾ। ਇਹ ਭਗਤ ਨੇ ਸਾਨੂੰ ਸਿੱਖਿਆ ਦਿੱਤੀ ਹੈ। ਤੁਹਾਡਾ ਆਪਣਾ ਵੀ ਰਿਸ਼ਤੇਦਾਰ ਕਿਉਂ ਨਾ ਹੋਵੇ, ਸਕਾ ਸੰਬੰਧੀ ਹੋਵੇ, ਹੁਣ ਪਿਤਾ ਤੇ ਪੁੱਤਰ ਤੋਂ ਨੇੜੇ ਦਾ ਰਿਸ਼ਤਾ ਕੋਈ ਨਹੀਂ ਹੈ ਦੁਨੀਆ ਦੇ ਵਿੱਚ, ਪਰ ਫਿਰ ਵੀ ਭਗਤ ਜੀਆਂ ਨੇ ਆਖਿਆ ਰਿਸ਼ਤਾ ਬਾਅਦ ਵਿੱਚ ਹੈ, ਪਹਿਲਾਂ ਪ੍ਰਮਾਤਮਾ ਦੀ ਮਰਿਆਦਾ ਹੈ, ਉਹਦਾ ਹੁਕਮ ਹੈ। ਜੇ ਹੁਕਮ ਨਹੀਂ ਮੰਨਿਆ ਗਿਆ ਤੇ ਪਿਤਾ ਦੇ ਨਾਲ ਮਿਲ ਕੇ ਚੱਲਣਾ ਵੀ ਕੋਈ ਬਹੁਤਾ ਸੁਖਦਾਈ ਨਹੀਂ ਹੈ। ਆਪਣੇ ਪਿਤਾ ਦਾ ਵਿਰੋਧ ਕੀਤਾ, ਇਹ ਗੱਲ ਵੱਖਰੀ ਹੈ ਕਿ ਪਿਤਾ ਨੂੰ ਮਾਰਨ ਵਾਸਤੇ ਮੁੜ ਕੇ ਪ੍ਰਮਾਤਮਾ ਜੀ ਪ੍ਰਗਟ ਹੋਏ ਤੇ ਹਰਨਾਖਸ਼ ਦਾ ਅੰਤ ਹੋਇਆ, ਪਰ ਜਿੰਨਾ ਚਿਰ ਪ੍ਰਮਾਤਮਾ ਜੀ ਪ੍ਰਗਟ ਨਹੀਂ ਹੋਏ ਉਹਦੇ ਤੋਂ ਪਹਿਲਾਂ ਭਗਤ ਜੀ ਪੂਰੇ ਦਾ ਪੂਰਾ ਵਿਰੋਧ ਕਰਦੇ ਰਹੇ। ਪ੍ਰਮਾਤਮਾ ਸਾਰਿਆਂ ਥਾਵਾਂ ਤੇ ਹੈ, ਪਿਤਾ ਜੀ ਮੈਂ ਉਹਦਾ ਨਾਮ ਜਪਾਂਗਾ, ਤੁਹਾਡਾ ਨਹੀਂ ਜਪਾਂਗਾ, ਤੁਹਾਡਾ ਸਰੀਰ ਤੇ ਨਾਸਵੰਤ ਹੈ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਮਿਲ ਸਾਧੂ ਦੁਰਮਤ ਖੋਏ। ਇਹ ਜਿਹੜੀ ਸਿੱਖਿਆ ਹੈ ਨਾ ਇਹ ਸਾਧੂਆਂ ਦੀ ਸੰਗਤ ਵਿੱਚੋਂ ਮਿਲਦੀ ਹੈ। ਜਿਵੇਂ ਭਗਤ ਪ੍ਰਹਿਲਾਦ ਜੀ ਬਚਪਨ ਵਿੱਚ ਆਸ਼ਰਮ ਦੇ ਵਿੱਚ ਰਹਿ, ਸਾਧੂਆਂ ਦੀ ਸੰਗਤ ਵਿੱਚ ਰਹਿ, ਆਪਣੇ ਪਿਤਾ ਵਾਲੀ ਮੱਤ ਉੱਥੇ ਖਤਮ ਹੀ ਕਰ ਦਿੱਤੀ, ਧੋਤੀ ਗਈ ਅਤੇ ਚੰਗੀ ਮੱਤ ਜਿਹੜੀ ਹੈ ਉਹ ਪ੍ਰਾਪਤ ਹੋ ਗਈ। ਇਸ ਕਰਕੇ ਗੁਰੂ ਕੇ ਸਿੱਖੋ, ਗੁਰੂ ਨਾਨਕ ਦੇਵ ਪਾਤਸ਼ਾਹ ਤਾਂ ਹੀ ਸਾਨੂੰ ਸੰਗਤ ਕਰਨ ਦਾ ਉਪਦੇਸ਼ ਦਿੰਦੇ ਨੇ, ਵਡਭਾਗੀ ਹਰ ਸੰਗਤ ਪਾਵੈ। ਇਹ ਸੰਗਤ ਵਿੱਚ ਬੈਠਾਂਗੇ, ਸਾਡੇ ਘਰ ਦੀ ਜਿਹੜੀ ਖੋਟੀ ਮੱਤ ਸਾਨੂੰ ਮਾੜੇ ਸੰਸਕਾਰ ਮਿਲ ਗਏ, ਕਿਸੇ ਨੀਚ ਪੁਰਸ਼ ਦੇ ਕੋਲੋਂ, ਆਂਢੀ ਗੁਆਂਢੀ ਦੇ ਕੋਲੋਂ, ਜਾਂ ਕਿਸੇ ਈਰਖਾ ਕਰਨ ਵਾਲੇ ਸਾਡੇ ਮੈਂਬਰ ਦੇ ਕੋਲੋਂ, ਉਹ ਸੰਗਤ ਵਿੱਚ ਆ ਕੇ ਸਾਨੂੰ ਪਤਾ ਲੱਗੇਗਾ ਵੀ ਇਹ ਮੇਰੇ ਵਿੱਚ ਔਗਣ ਹੈ, ਇਹਨੂੰ ਮੈਂ ਛੱਡਣਾ ਹੈ, ਇਹਨੂੰ ਧੋਣਾ ਹੈ, ਆਹ ਗੁਣ ਹੈ, ਇਹ ਸੰਗਤ ਵਿੱਚੋਂ ਮਿਲੇਗਾ। ਇਸ ਕਰਕੇ ਮਿਲ ਸਾਧੂ ਦੁਰਮਤ ਖੋਏ। ਸਾਧੂਆਂ ਦੀ ਸੰਗਤ, ਸੰਤਾਂ ਦੀ ਸੰਗਤ, ਨਾਮ ਜਪਣ ਵਾਲੇ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਇਹ ਦੁਰਮਤ ਖੋਟੀ ਮੱਤ ਧੋਤੀ ਜਾਂਦੀ ਹੈ। ਕੁਝ ਲੋਕ ਅੱਜ ਇਸ ਗੱਲ ਦਾ ਜ਼ਿਕਰ ਕਰਦੇ ਵੀ ਸਾਧੂ ਸੰਤ ਤੇ ਸਾਰੇ ਪਖੰਡੀ ਨੇ। ਇੱਥੇ ਸੰਤ ਸ਼ਬਦ ਮਹਾਰਾਜ ਵਾਸਤੇ ਵਰਤਿਆ, ਕਿਸੇ ਬੰਦੇ ਵਾਸਤੇ ਨਹੀਂ ਵਰਤਿਆ। ਇਹ ਲੋਕ ਆਪਣੇ ਨਾਮ ਦੇ ਨਾਲ ਆਪੇ ਹੀ ਸ਼ਬਦ ਲਾਉਂਦੇ ਪਏ, ਪਰ ਗੁਰਮੁਖੋ ਆਪਾਂ ਉਦਾਹਰਨ ਸਰਵਣ ਕਰ ਲਈ ਹੈ ਭਗਤ ਪ੍ਰਹਿਲਾਦ ਦੀ। ਭਗਤ ਪ੍ਰਹਿਲਾਦ ਦਾ ਬਚਪਨ ਸਾਧੂਆਂ ਵਿੱਚ ਬੀਤਿਆ ਤੇ ਮੱਤ ਧੋਤੀ ਗਈ। ਅੱਜ ਵੀ ਐਸੇ ਸਾਧੂ ਕਮਾਈ ਵਾਲੇ ਦੁਨੀਆ ਵਿੱਚ ਨੇ ਜਿਨ੍ਹਾਂ ਦੀ ਸੰਗਤ ਕਰਕੇ ਨਾਮ ਜਪਣ ਦਾ ਉਤਸ਼ਾਹ ਪੈਦਾ ਹੁੰਦਾ ਹੈ, ਚੰਗੀ ਸਿੱਖਿਆ ਮਿਲਦੀ ਹੈ। ਔਰ ਸਭ ਤੋਂ ਵੱਡੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ, ਜਿਹਦੇ ਵਿੱਚ ਆਪ ਜੀ ਆ ਕੇ ਬੈਠੇ ਹੋ। ਇੱਥੇ ਆ ਕੇ ਮਾੜੀ ਮੱਤ ਧੋਤੀ ਜਾਂਦੀ ਹੈ, ਚੰਗੀ ਮੱਤ ਇੱਥੋਂ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਗਤ ਦੁਰਮਤ ਨੂੰ ਧੋਣ ਵਾਲੀ ਹੈ, ਐਸੀਆਂ ਦਾਤਾਂ ਮਿਲਦੀਆਂ ਹਨ। ਪਤਿਤ ਪਨੀਤ ਸਭ ਹੋਏ, ਪਤਿਤ ਡਿੱਗੇ ਹੋਏ ਨੇ, ਗਿਰੇ ਹੋਏ ਨੇ,
ਇਹ ਸੰਸਾਰ ਰੂਪੀ ਟੋਏ ਦੇ ਵਿੱਚ, ਇਹ ਸੰਸਾਰ ਵੀ ਇੱਕ ਟੋਇਆ ਹੀ ਹੈ ਭਾਈ। ਟੋਏ ਵਿੱਚ ਡਿੱਗ ਪਈਏ ਤੇ ਸਰੀਰ ਨੂੰ ਮਿੱਟੀ ਲੱਗ ਜਾਂਦੀ ਹੈ, ਚੋਟਾਂ ਵੀ ਲੱਗ ਜਾਂਦੀਆਂ, ਸੱਟਾਂ ਵੀ ਲੱਗ ਜਾਂਦੀਆਂ। ਇਹ ਜਿਹੜੇ ਡਿੱਗੇ ਹੋਏ ਨੇ ਸੰਸਾਰ ਦੇ ਇਸ ਟੋਏ ਦੇ ਵਿੱਚ, ਕੋਈ ਕਾਮ ਦੇ ਟੋਏ ਵਿੱਚ ਡਿੱਗਿਆ, ਕੋਈ ਕ੍ਰੋਧ ਦੇ ਟੋਏ ਵਿੱਚ, ਕੋਈ ਲੋਭ ਦੇ ਵਿੱਚ, ਕੋਈ ਮੋਹ ਦੇ ਵਿੱਚ। ਇਹ ਵਿਕਾਰਾਂ ਦੀ ਮੈਲ ਮਿੱਟੀ ਸਾਡੇ ਅੰਗਾਂ ਨੂੰ ਲੱਗੀ ਹੋਈ ਹੈ। ਮਹਾਰਾਜ ਕਹਿਣ ਲੱਗੇ ਜਿਹੜੇ ਪਤਤ ਡਿੱਗੇ ਹੋਏ ਨੇ, ਗਿਰੇ ਹੋਏ ਨੇ ਜੀਵਨ ਕਰਕੇ, ਵਿਕਾਰੀ ਬਣ ਗਏ, ਪੁਨੀਤ ਸਭ ਹੋਏ। ਪੁਨੀਤ ਕਹੀਏ ਪਵਿੱਤਰ ਹੋ ਗਏ। ਸਰੀਰ ਨੂੰ ਮਿੱਟੀ ਲੱਗ ਜਾਵੇ, ਕੱਪੜੇ ਨੂੰ ਲੱਗ ਜਾਵੇ, ਸਾਬਣ ਨਾਲ ਧੋ ਕੇ ਸਾਫ਼ ਹੋ ਜਾਂਦਾ ਹੈ। ਇਹ ਗੁਰੂ ਕੀ ਸੰਗਤ ਭਾਈ ਸਾਬਣ ਹੀ ਹੈ। ਇਹ ਗੁਰੂ ਕੀ ਸੰਗਤ, ਗੁਰੂ ਦੀ ਬਾਣੀ ਜਿਹੜੀ ਹੈ, ਇਹ ਸਾਡੀਆਂ ਵਿਕਾਰਾਂ ਦੀਆਂ ਚੋਟਾਂ ਨੂੰ ਧੋਣ ਵਾਲੀ, ਸਾਫ਼ ਕਰਨ ਵਾਲੀ ਹੈ। ਪਤਤ ਪੁਨੀਤ ਸਭ ਹੋਏ। ਜਿਹੜੇ ਪਤਤ ਡਿੱਗੇ ਹੋਏ ਵਿਕਾਰਾਂ ਦੇ ਟੋਏ ਵਿੱਚ, ਸੰਗਤ ਵਿੱਚ ਆ ਕੇ ਉਹ ਵੀ ਪੁਨੀਤ ਹੋ ਜਾਂਦੇ, ਪਵਿੱਤਰ ਹੋ ਜਾਂਦੇ। ਐਸੀਆਂ ਦਾਤਾਂ ਮਿਲਦੀਆਂ ਹਨ। ਰਾਮਦਾਸ ਸਰੋਵਰ ਨਾਤੇ ਪਾਤਸ਼ਾਹ ਬਖਸ਼ਿਸ਼ ਕਰਦੇ, ਜਿਹੜੇ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦੇ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ, ਜਾ ਕੇ ਸ੍ਰੀ ਹਰਿਮੰਦਰ ਸਾਹਿਬ ਦਾ ਇਸ਼ਨਾਨ ਕੀਤਾ ਹੈ। ਸਭ ਲਾਥੈ ਪਾਪ ਕਮਾਤੇ, ਉਹਨਾਂ ਦੇ ਕਮਾਏ ਹੋਏ ਸਾਰੇ ਪਾਪ ਲੱਥ ਜਾਣਗੇ। ਅੱਜ ਕੁਝ ਦੁਸ਼ਟ ਬਿਰਤੀ ਦੇ ਲੋਕ ਜਿਹੜੇ ਨੇ, ਉਹ ਗੁਰੂ ਰਾਮਦਾਸ ਪਾਤਸ਼ਾਹ ਦੇ ਸਰੋਵਰ ਦੀ ਨਿੰਦਿਆ ਵੀ ਕਰਦੇ। ਉਹਨੂੰ ਇੱਕ ਪਾਣੀ ਦੱਸਦੇ ਨੇ, ਕਹਿੰਦੇ ਪਾਣੀ ਤੇ ਘਰ ਵਿੱਚ ਵੀ ਹੈ ਟੂਟੀ ਵਿੱਚ, ਤੇ ਉੱਥੇ ਵੀ ਪਾਣੀ ਵਿੱਚ ਜਾ ਕੇ ਨਹਾਉਣਾ। ਪਾਣੀ ਵਿੱਚ ਡੱਡੀਆਂ ਨਹਾਉਂਦੀਆਂ, ਮੱਛੀਆਂ ਨਹਾਉਂਦੀਆਂ, ਉਹਨਾਂ ਦੀ ਗਤੀ ਤੇ ਹੋਈ ਨਹੀਂ ਹੈ, ਤੁਹਾਡੀ ਕਿਵੇਂ ਹੋ ਜਾਏਗੀ? ਐਸੀਆਂ ਪੰਕਤੀਆਂ ਪੜ੍ਹ ਕੇ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦੇ ਸਰੋਵਰ ਦੀ ਜਿਹੜੀ ਤੁਲਨਾ ਹੈ ਨਾ, ਉਹ ਨਦੀਆਂ ਨਾਲ ਕੀਤੀ ਜਾਂਦੀ ਹੈ। ਵੇਖੋ ਜੀ, ਗੋਦਾਵਰੀ ਚੱਲਦੀ ਹੈ, ਜਮਨਾ ਚੱਲਦੀ ਹੈ, ਗੰਗਾ ਚੱਲਦੀ ਹੈ, ਉਹਦੇ ਵਿੱਚ ਤੇ ਬੜੀਆਂ ਬੜੀਆਂ ਮੱਛੀਆਂ ਰਹਿੰਦੀਆਂ, ਉਹਨਾਂ ਦਾ ਤੇ ਉਧਾਰ ਕੋਈ ਹੋਇਆ ਹੀ ਨਹੀਂ। ਫਿਰ ਪੰਕਤੀ ਪੜ੍ਹੀ ਜਾਂਦੀ ਹੈ, ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੇ ਨਿਰਮਲ ਨੀਰ, ਬਿਨ ਹਰ ਨਾਮ ਨਾ ਮੁਕਤ ਹੋਏ ਇਉਂ ਕਹਿ ਰਮੇ ਕਬੀਰ। ਇਹ ਪੰਕਤੀ ਵੀ ਪੜ੍ਹ ਕੇ ਸੁਣਾਈ ਜਾਂਦੀ ਹੈ ਕਿ ਕਬੀਰ ਸਾਹਿਬ ਜੀ ਨੇ ਗੰਗਾ ਦੇ ਪਾਣੀ ਦਾ ਖੰਡਨ ਕੀਤਾ ਹੈ। ਗੰਗਾ ਦਾ ਪਾਣੀ ਮੁਕਤੀ ਨਹੀਂ ਦੇ ਸਕਿਆ। ਜੇ ਗੰਗਾ ਦਾ ਪਾਣੀ ਮੁਕਤੀ ਨਹੀਂ ਦੇ ਸਕਦਾ, ਤੇ ਗੁਰੂ ਰਾਮਦਾਸ ਦੇ ਘਰ ਦਾ ਜਿਹੜਾ ਜਲ ਹੈ ਸਰੋਵਰ ਦਾ, ਉਹ ਮੁਕਤੀ ਕਿਵੇਂ ਦੇਵੇਗਾ? ਇਹ ਤੇ ਗੰਗਾ ਦਾ ਪਾਣੀ ਬਰਾਬਰ ਹੀ ਹੈ। ਕੁਝ ਦੁਸ਼ਟ ਬਿਰਤੀ ਵਾਲੇ ਐਸੀਆਂ ਗੱਲਾਂ ਲੋਕ ਕਰ ਦਿੰਦੇ, ਪਰ ਇਸ ਗੱਲ ਤੋਂ ਭੁੱਲ ਗਏ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਸਰੋਵਰ ਦੇ ਵਿੱਚ ਨਾਮ ਬਾਣੀ ਦੀਆਂ ਕਿਰਨਾਂ 24 ਘੰਟੇ ਪੈਂਦੀਆਂ ਰਹਿੰਦੀਆਂ। ਹਰ ਵੇਲੇ ਗੁਰਮੁਖੋ ਉੱਥੇ ਕੀਰਤਨ ਹੁੰਦਾ ਰਹਿੰਦਾ, ਹਰ ਵੇਲੇ ਗੁਰਬਾਣੀ ਦੇ ਅਖੰਡ ਪਾਠ ਹੁੰਦੇ ਰਹਿੰਦੇ, ਹਰ ਵੇਲੇ ਸੰਗਤ ਦਿਨੇ ਰਾਤ ਉੱਥੇ ਪਾਠ ਕਰਦੀ ਰਹਿੰਦੀ, ਗੁਰਬਾਣੀ ਪੜ੍ਹਦੀ ਰਹਿੰਦੀ। ਉਹ ਪਾਣੀ ਪਾਣੀ ਨਹੀਂ ਰਹਿ ਗਿਆ, ਉਹ ਜਲ ਬਣ ਗਿਆ, ਅੰਮ੍ਰਿਤ ਬਣ ਗਿਆ। ਭਾਵੇਂ ਦੁਨੀਆ ਵਿੱਚ ਗੰਗਾ ਗੋਦਾਵਰੀ ਵਰਗੀਆਂ, ਜਮਨਾ ਵਰਗੀਆਂ ਨਦੀਆਂ ਨੇ, ਪਰ ਉਹਨਾਂ ਦੇ ਕੋਲ ਬੈਠ ਕੇ, ਉਹਨਾਂ ਦੇ ਵਿੱਚ ਬੈਠ ਕੇ ਕਿੰਨਾ ਕੁ ਨਾਮ ਜਪਿਆ ਜਾਂਦਾ। ਉੱਥੇ ਇਕੱਲੇ ਇਸ਼ਨਾਨ ਦਾ ਮਹਾਤਮ ਹੈ। ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਵਿੱਚ ਇਸ਼ਨਾਨ ਦੇ ਨਾਲ ਨਾਲ ਨਾਮ ਦਾ ਵੀ ਮਹਾਤਮ ਹੈ। ਗੁਰੂ ਰਾਮਦਾਸ ਪਾਤਸ਼ਾਹ ਦੇ ਸਰੋਵਰ ਨੂੰ ਕਿਸੇ ਨਾਲ ਵੀ ਤੁਲਨਾ ਨਹੀਂ ਦਿੱਤੀ ਜਾ ਸਕਦੀ, ਜਿੱਥੇ 24 ਘੰਟੇ ਬਾਣੀ ਪੜ੍ਹੀ ਜਾਂਦੀ ਹੈ, ਔਰ ਬਾਣੀ ਦੀਆਂ ਤਰੰਗਾਂ ਜਿਹੜੀਆਂ ਨੇ ਉਹ ਜਲ ਦੇ ਵਿੱਚ ਘੁਲ ਕੇ ਅੰਮ੍ਰਿਤ ਬਣ ਜਾਂਦੀਆਂ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਅੰਮ੍ਰਿਤ ਵੀ ਤੇ ਮਹਾਰਾਜ ਨੇ ਜਲ ਲੈ ਕੇ ਤੇ ਫਿਰ 5 ਬਾਣੀਆਂ ਪੜ੍ਹ ਕੇ ਤਿਆਰ ਕੀਤਾ। ਜਿਹੜੇ ਲੋਕ ਅੱਜ ਸਰੋਵਰ ਦਾ ਖੰਡਨ ਕਰਦੇ, ਉਹ ਕੱਲ ਨੂੰ ਅੰਮ੍ਰਿਤ ਦਾ ਖੰਡਨ ਵੀ ਕਰਨਗੇ ਵੀ ਇਹ ਵੀ ਭਾਈ ਮਿੱਠਾ ਪਾਣੀ ਹੈ। ਨਹੀਂ, ਉਹ ਪਾਣੀ ਜਿਹੜਾ ਅੰਮ੍ਰਿਤ ਬਣ ਗਿਆ, ਕਿਵੇਂ ਬਣ ਗਿਆ? 5 ਬਾਣੀਆਂ ਦਾ ਪਾਠ ਕਰਕੇ। ਜੇ 5 ਬਾਣੀਆਂ ਪੜ੍ਹ ਕੇ ਜਲ ਅੰਮ੍ਰਿਤ ਬਣ ਸਕਦਾ ਹੈ, ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਵਿੱਚ 24 ਘੰਟੇ ਬਾਣੀ ਪੜ੍ਹੀ ਜਾਂਦੀ, ਹਰ ਵੇਲੇ ਗੁਰਮੁਖ ਕੀਰਤਨੀਏ ਕੀਰਤਨ ਕਰਦੇ, ਹਰ ਵੇਲੇ ਸਹਿਜ ਪਾਠ, ਖੰਡ ਪਾਠ, ਨਿਤਨੇਮ, ਬੇਅੰਤ ਸੰਗਤਾਂ ਸੁਖਮਨੀ ਸਾਹਿਬ ਦੇ ਪਾਠ ਕਰਦੀਆਂ, ਤੇ ਕੀ ਉਹ ਜਲ ਅੰਮ੍ਰਿਤ ਨਹੀਂ ਬਣ ਸਕਦਾ? ਉਹ ਵੀ ਜਲ ਗੁਰਮੁਖੋ ਅੰਮ੍ਰਿਤ ਹੀ ਹੈ। ਪਰ ਕੁਝ ਲੋਕ ਇਹੋ ਜਿਹੇ ਨੇ ਜਿਨ੍ਹਾਂ ਦਾ ਕੰਮ ਹੈ ਕੇਵਲ ਗੁਰੂ ਦੀ ਨਿੰਦਿਆ ਕਰਨੀ, ਗੁਰੂ ਸਥਾਨਾਂ ਦੀ ਨਿੰਦਿਆ ਕਰਨੀ। ਐਸੇ ਪਾਪੀ ਲੋਕ ਜਿਹੜੇ ਨਰਕਾਂ ਦੇ ਟੋਏ ਵਿੱਚ ਡਿੱਗ ਪੈਂਦੇ। ਮਹਾਰਾਜ ਕਹਿਣ ਲੱਗੇ ਰਾਮਦਾਸ ਸਰੋਵਰ ਨਹਾਤੇ, ਜਿਹੜੇ ਗੁਰਮੁਖ ਗੁਰੂ ਰਾਮਦਾਸ ਪਾਤਸ਼ਾਹ ਦੇ ਸਰੋਵਰ ਵਿੱਚ ਨਹਾਤੇ, ਕਈ ਇਸ਼ਨਾਨ ਕਰਦੇ ਹਨ। ਸਭ ਲਾਥੇ ਪਾਪ ਕਮਾਤੇ, ਕਮਾਏ ਹੋਏ ਸਾਰੇ ਪਾਪ ਜਿਹੜੇ ਲਾਥੇ ਲੱਥ ਜਾਂਦੇ, ਮੁੱਕ ਜਾਂਦੇ।
ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਰਾਮਦਾਸ ਸਰੋਵਰ ਨਾਤੇ ਰਾਮ ਦੇ ਦਾਸ ਨੇ ਨਾ ਭਗਤ ਗੁਰਮੁਖ ਜਨ, ਉਹਨਾਂ ਦੀ ਸੰਗਤ ਵਿੱਚ ਜਿਨ੍ਹਾਂ ਨੇ ਇਸ਼ਨਾਨ ਕੀਤਾ, ਜਿਨ੍ਹਾਂ ਨੇ ਸਤ ਸੰਗਤ ਸਰੋਵਰ ਦਾ ਇਸ਼ਨਾਨ ਕੀਤਾ ਹੈ, ਸਭ ਲਾਥੇ ਪਾਪ ਕਮਾਤੇ। ਭਾਈ ਸੰਗਤ ਵਿੱਚ ਵੀ ਕਮਾਏ ਹੋਏ ਪਾਪ ਉਤਰ ਜਾਂਦੇ ਨੇ। ਇੱਥੇ ਤੇ ਜਨਮਾਂ ਜਨਮਾਤਰਾਂ ਦੇ ਪਾਪ ਲੈ ਜਾਂਦੇ। ਜਦੋਂ ਕੋਈ ਸੰਗਤ ਵਿੱਚ ਚੱਲ ਕੇ ਆਉਂਦਾ ਹੈ, ਮਹਾਰਾਜ ਨੂੰ ਨਮਸਕਾਰ ਕਰਦਾ, ਪਤਾ ਨਹੀਂ ਕਿੰਨੇ ਕੁ ਪਾਪ ਨਮਸਕਾਰ ਕਰਦਿਆਂ ਉਤਰਦੇ। ਗੁਰੂ ਦੀ ਪਰਿਕਰਮਾ ਕਰਦੇ, ਸੰਗਤ ਦੀ ਨਿਗਾਹ ਸਾਡੇ ਵੱਲ ਪੈਂਦੀ ਹੈ, ਸੰਗਤ ਦੀ ਦ੍ਰਿਸ਼ਟੀ ਦੇ ਨਾਲ ਪਤਾ ਨਹੀਂ ਕਿੰਨੇ ਕੁ ਪਾਪ ਲੱਥਦੇ। ਇਹ ਸੰਗਤ ਸਰੋਵਰ ਹੈ ਹੀ ਭਾਈ ਇਹੋ ਜਿਹਾ, ਇੱਥੇ ਕਈ ਪਾਪ ਦੂਰ ਹੋ ਜਾਂਦੇ ਹਨ। ਗੁਣ ਗੋਬਿੰਦ ਨਿਤ ਗਾਇਆ, ਗੋਬਿੰਦ ਪ੍ਰਮਾਤਮਾ ਦੇ ਗੁਣਾਂ ਨੂੰ ਨਿਤਾ ਪ੍ਰਤੀ ਭਾਈ ਗਾਉਣਾ ਕਰੀਏ। ਸਾਧ ਸੰਗ ਮਿਲ ਧਿਆਈਐ, ਸੰਗਤ ਵਿੱਚ ਮਿਲ ਕੇ ਗੁਰਮੁਖਾਂ ਦੀ ਸੰਗਤ ਵਿੱਚ ਨਾਮ ਬਾਣੀ ਵਾਲੇ ਜਿਹੜੇ ਸਾਧੂ ਜਾਣੇ, ਉਹਨਾਂ ਦੀ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੇ ਨਾਮ ਨੂੰ ਧਿਆਉਣਾ ਕਰੀਏ। ਮਨ ਬਾਸ਼ਤ ਫਲ ਪਾਏ, ਇੱਛਤ ਫਲ ਸੰਗਤ ਵਿੱਚੋਂ ਪ੍ਰਾਪਤ ਹੁੰਦੇ। ਅਸੀਂ ਕੁਝ ਲੈਣ ਵਾਸਤੇ ਪਖੰਡੀ ਸਾਧੂਆਂ ਦੇ ਕੋਲੋਂ ਲਾਚੀਆਂ ਜਾ ਜਾ ਕੇ, ਧਾਗੇ ਜਾ ਜਾ ਕੇ ਲੈਂਦੇ, ਆਹ ਕੰਮ ਬਣ ਜਾਵੇ, ਆਹ ਕੰਮ ਬਣ ਜਾਵੇ, ਤੇ ਗਰੰਟੀ ਕੋਈ ਨਹੀਂ ਹੈ ਵੀ ਬਣੇਗਾ ਕਿ ਨਹੀਂ ਬਣੇਗਾ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਸਾਧ ਸੰਗਤ ਦੀ ਗਰੰਟੀ ਜ਼ਰੂਰ ਹੈ। ਜਿਹੜਾ ਸੰਗਤ ਵਿੱਚ ਆ ਕੇ ਨਮਸਕਾਰ ਕਰੇਗਾ, ਬਾਣੀ ਪੜ੍ਹੇਗਾ, ਉਹ ਮਨ ਇੱਛਤ ਫਲ ਪ੍ਰਾਪਤ ਕਰਦਾ ਹੈ। ਗੁਰਪੁਰਾ ਹਿਰਦਾ ਧਿਆਏ, ਪੂਰਿਆਂ ਗੁਰਾਂ ਨੂੰ ਹਿਰਦੇ ਵਿੱਚ ਧਿਆਇਆ, ਬਾਣੀ ਪੜ੍ਹੀ, ਨਾਮ ਜਪਿਆ, ਉਹਨਾਂ ਨੂੰ ਮਨ ਇੱਛਤ ਫਲ ਪ੍ਰਾਪਤ ਹੁੰਦੇ ਹਨ। ਗੁਰ ਗੋਪਾਲ ਆਨੰਦਾ, ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਿਹੜੇ ਗੁਰੂ ਹਨ ਉਹ ਗੋਪਾਲ ਪਰਮਾਤਮਾ ਦਾ ਹੀ ਸਰੂਪ ਹਨ, ਤੇ ਜਿਨ੍ਹਾਂ ਨੇ ਗੁਰੂ ਦੇ ਆਖੇ ਲੱਗ ਕੇ ਨਾਮ ਜਪਿਆ, ਉਹਨਾਂ ਨੂੰ ਆਨੰਦ ਹੀ ਆਨੰਦ ਪ੍ਰਾਪਤ ਹੋਇਆ ਹੈ। ਜਪ ਜਪ ਜੀਵਾ ਪਰਮਾਨੰਦਾ, ਪਰਮਾਤਮਾ ਪਰਮ ਆਨੰਦ ਸਰੂਪ ਹੈ, ਵੱਡਾ ਆਨੰਦ। ਦੁਨੀਆ ਦੇ ਆਨੰਦ ਪਰਮਾਤਮਾ ਦੇ ਮਿਲਾਪ ਦੇ ਸਾਹਮਣੇ ਕੁਝ ਨਹੀਂ, ਪਰਮਾਤਮਾ ਦੇ ਦਿਦਾਰੇ ਦੇ ਸਾਹਮਣੇ ਦੁਨੀਆ ਦੇ ਆਨੰਦ ਕੁਝ ਨਹੀਂ। ਜਿਨ੍ਹਾਂ ਨੇ ਉਹਦੇ ਨਾਮ ਨੂੰ ਜਪਿਆ, ਉਹ ਜਪ ਜਪ ਕੇ ਗੁਰਮੁਖ ਜਿਉਂਦੇ ਹਨ। ਜਨ ਨਾਨਕ ਨਾਮ ਧਿਆਇਆ, ਅਰਜਨ ਦੇ ਪਾਤਸ਼ਾਹ ਕਹਿਣ ਲੱਗੇ, ਭਾਈ ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ, ਇਹ ਗੁਰੂ ਨਾਨਕ ਦੇ ਘਰ ਦੀ ਮੋਹਰ ਹੈ। ਜਿਵੇਂ ਕੋਈ ਅਸੀਂ ਲਿਖਤ ਲਿਖਦੇ ਨਾ, ਕੋਈ ਅਰਜ਼ੀ ਲਿਖਦੇ, ਦਰਖਾਸਤ ਲਿਖਦੇ ਆ, ਉਹਦੇ ਉੱਪਰ ਮੋਹਰ ਲੱਗ ਜਾਂਦੀ, ਉਹ ਦਰਖਾਸਤ ਬਣ ਜਾਂਦੀ, ਕਾਗਜ਼ ਬਣ ਜਾਂਦਾ, ਉਹਦੀ ਇੱਕ ਅਹਿਮੀਅਤ ਬਣ ਜਾਂਦੀ ਹੈ। ਇਹ ਗੁਰੂ ਨਾਨਕ ਦੇ ਘਰ ਦੀ ਮੋਹਰ ਹੈ, ਨਾਨਕ ਨਾਮ। ਮਹਾਰਾਜ ਮੋਹਰ ਲਾ ਕੇ ਗੁਰੂ ਦੇ ਨਾਮ ਦੀ ਆਖਦੇ, ਭਾਈ ਜਿਨ੍ਹਾਂ ਨੇ ਨਾਮ ਧਿਆਇਆ ਹੈ, ਉਹ ਜਿਹੜੇ ਐਸੇ ਗੁਰਮੁਖ ਹਨ। ਪ੍ਰਭ ਆਪਣਾ ਬਿਰਦ ਰਖਾਇਆ, ਪਰਮੇਸ਼ਰ ਜੀ ਫਿਰ ਆਪਣਾ ਬਿਰਦ ਰੱਖਦੇ। ਮੇਰਾ ਬਿਰਦ ਹੈ ਪਾਪੀਆਂ ਦਾ ਭਲਾ ਕਰਨਾ, ਮੇਰਾ ਬਿਰਦ ਹੈ ਮੁਸੀਬਤਾਂ ਵਿੱਚ ਫਸੇ ਹੋਇਆਂ ਦੀ ਰੱਖਿਆ ਕਰਨਾ। ਇਹ ਪਰਮਾਤਮਾ ਦਾ ਬਿਰਦ ਹੈ। ਰੱਬ ਨਾ ਕਰੇ ਸਾਡਾ ਕੋਈ ਰਿਸ਼ਤੇਦਾਰ ਕਿਸੇ ਮੁਸੀਬਤ ਵਿੱਚ ਫਸ ਜਾਵੇ, ਅਸੀਂ ਪਹਿਲਾਂ ਇਹ ਸੋਚਦੇ ਹਾਂ ਕਿ ਜਦੋਂ ਮੈਂ ਮੁਸੀਬਤ ਵਿੱਚ ਫਸਿਆ ਸੀ, ਉਦੋਂ ਮੇਰੀ ਇਹਨੇ ਮਦਦ ਕੀਤੀ ਹੈ ਕਿ ਨਹੀਂ ਕੀਤੀ ਹੈ। ਮੈਂ ਬਿਮਾਰ ਹੋਇਆ ਸੀ, ਮੇਰਾ ਇਹਨੇ ਫੋਨ ਕਰਕੇ ਪਤਾ ਲਿਆ ਕਿ ਨਹੀਂ ਲਿਆ। ਜੇ ਲਿਆ ਹੈ ਤੇ ਮੈਂ ਲਵਾਂਗਾ, ਨਹੀਂ ਲਿਆ ਤੇ ਮੈਂ ਵੀ ਨਹੀਂ ਪਤਾ ਲਵਾਂਗਾ। ਪਰ ਪਰਮਾਤਮਾ ਇਹ ਨਹੀਂ ਸੋਚਦਾ ਵੀ ਇਹਨੇ ਮੇਰਾ ਪਤਾ ਲਿਆ ਹੈ ਕਿ ਨਹੀਂ ਲਿਆ, ਇਹਨੇ ਮੇਰੀ ਮਦਦ ਕੀਤੀ ਹੈ ਕਿ ਨਹੀਂ ਕੀਤੀ ਹੈ। ਪ੍ਰਭ ਆਪਣਾ ਬਿਰਦ ਰਖਾਇਆ, ਉਹ ਆਪਣੇ ਬਿਰਦ ਦੀ ਪਾਲਣਾ ਕਰਦਾ। ਮੇਰਾ ਬਿਰਦ ਹੈ ਪਤਿਤ ਪਾਵਨ ਭਗਤ ਵਛਲ, ਐਸੇ ਬਿਰਦ ਦੀ ਪਾਲਣਾ ਕਰਦੇ ਪ੍ਰਮਾਤਮਾ ਜੀ। ਇਹ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਅੰਮ੍ਰਿਤ ਬਚਨ ਗੁਰੂ ਕੇ ਹਿਰਦੇ ਵਸ ਜਾਨ। ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ, ਜੋ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਗੁਰ ਗੋਪਾਲ ਆਨੰਦਾ, ਜਪ ਜਪ ਜੀਵਾ ਪਰਮਾਨੰਦਾ। ਜਨ ਨਾਨਕ ਨਾਮ ਧਿਆਇਆ, ਪ੍ਰਭ ਆਪਣਾ ਬਿਰਦ ਰਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿ